ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਇਸ ਸਮੇਂ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸਜ ਕਰਕੇ ਆਪਣੇ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲੇ ਕਰਨ ਦਾ ਯਤਨ ਕਰ ਰਹੇ ਹੋ। ਸਵਾਉ ਆਰੰਭਤਾ ਕਰਨੀ ਕਰੀਏ। ਪਾਵਨ ਅੰਕ 77 ਦੇ ਉੱਤੋਂ ਆਰੰਭਤਾ ਹੈ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪੰਜਵਾਂ। ਪੰਜਵੇਂ ਪਾਤਸ਼ਾਹ ਜੀ ਦਾ ਪਹਿਰੇ ਬਾਣੀ ਦੇ ਸਰਲੇਖ ਹੇਠ ਇਹ ਸ਼ਬਦ ਦਰਜ ਹੈ। ਇਸ ਵਿੱਚ 5 ਪਦੇ ਹਨ। ਪਹਿਲੇ ਪਹਿਰੈ ਰੈਣ ਕੈ ਵਣਜਾਰਿਆ ਮਿੱਤਰਾ, ਧਰ ਪਾਇਤਾ ਉਦਰੈ ਮਾਹੇ। ਹੁਣ ਪਾਇਤਾ ਉਦਰੈ ਮਾਹੇ, ਪਹਿਲੇ ਜੀਵਨ ਦੀ ਜ਼ਿੰਦਗੀ ਰੂਪ ਰਾਤ ਦੇ ਪਹਿਲੇ ਪਹਿਰ ਦੀ ਗੱਲ ਪਾਤਸ਼ਾਹ ਜੀ ਕਰ ਰਹੇ ਨੇ। ਆਖਰੇ ਨੇ ਮਾਲਕ ਦੇ ਨਾਮ ਦਾ ਵਣਜ ਕਰਨ ਆਏ ਇਹ ਪਿਆਰੇ ਜੀਵ ਵਣਜਾਰੇ ਮਿੱਤਰ। ਮਨੁੱਖਾ ਜ਼ਿੰਦਗੀ ਰਾਤ ਦੇ ਪਹਿਲੇ ਪਹਿਰ ਵਿੱਚ ਪਰਮਾਤਮਾ ਮਾਂ ਦੇ ਪੇਟ ਵਿੱਚ ਜੀਵ ਦਾ ਪੈਂਤੜਾ ਜਿਹੜਾ ਹੈ ਰੱਖਦਾ ਹੈ। ਪਾਇਤਾ ਤੋਂ ਭਾਵ ਪਾ ਕੇ ਰੱਖਦਾ ਹੈ, ਪੈਂਤੜਾ ਜਿਹੜਾ ਹੈ ਰੱਖਦਾ ਹੈ। ਦਸੀਂ ਮਾਸੀ ਮਾਨਸ ਕੀਆ, ਵਣਜਾਰਿਆ ਮਿੱਤਰਾ, ਕਰ ਮੁਹਲਤ ਕਰਮ ਕਮਾਹੇ। ਦਸੀਂ ਮਾਸੀ ਭਾਵ 10 ਮਹੀਨੇ, ਬਹੁਵਚਨ ਹੈ। ਦਸੀਂ ਮਾਸੀ ਤੋਂ ਭਾਵ 10 ਮਹੀਨੇ। ਪਾਤਸ਼ਾਹ ਜੀ ਆਖਣ ਲੱਗੇ ਹੈ ਵਣਜਾਰੇ ਜੀਵ ਮਿੱਤਰ, ਫਿਰ 10 ਮਹੀਨਿਆਂ ਵਿੱਚ ਪ੍ਰਭੂ ਮਨੁੱਖ ਦਾ ਸਾਬਤ ਬੁੱਤ ਬਣਾ ਦਿੰਦਾ ਹੈ ਕਿ ਇੱਕ ਪੂਰਨ ਰੂਪ ਹੈ ਜਿਹੜਾ ਉਹ ਮਾਲਕ ਜਿਹੜਾ ਉਹ ਘੜ ਦਿੰਦਾ ਹੈ ਅਤੇ ਜੀਵਾਂ ਨੂੰ ਜ਼ਿੰਦਗੀ ਦਾ ਮੁਕਰਰ ਸਮਾਂ ਦਿੰਦਾ ਹੈ। ਇੱਥੇ ਸ਼ਬਦ ਵਰਤਿਆ ਸਤਿਗੁਰੂ ਜੀ ਨੇ, ਕਰ ਮੋਹਲਤ। ਮੋਹਲਤ ਆਮ ਸ਼ਬਦ ਆਪਾਂ ਜ਼ਿੰਦਗੀ ਦੇ ਵਿੱਚ ਵਰਤਦੇ ਹਾਂ ਕਿ ਤੇਰੇ ਕੋਲ ਇੰਨੀ ਮੁਹਲਤ ਹੈ, ਭਾਵ ਇੰਨਾ ਸਮਾਂ ਤੇਰੇ ਕੋਲ, ਇੰਨੀ ਮੁਹਲਤ ਦਿੱਤੀ, ਇੰਨੇ ਸਮੇਂ ਦੇ ਵਿੱਚ ਆ ਕੰਮ ਪੂਰਨ ਹੋ ਜਾਏ ਜਾਂ ਲੈਣ ਦੇਣ ਉਹ ਕੋਈ ਕਿਸੇ ਵਾਸਤੇ ਵੀ ਕਿ ਇੰਨੀ ਮੁਹਲਤ, ਭਾਵ ਸਮਾਂ, ਉਮਰ ਰੂਪ ਸਮਾਂ। ਅਤੇ ਸਮਾਂ ਜਿਹੜਾ ਹੈ ਜੀਵਾਂ ਨੂੰ ਜਿਹੜਾ ਹੈ ਸਮਾਂ ਉਹ ਮੁਕਰਰ ਕਰਦਾ ਹੈ ਅਤੇ ਜਿਸ ਵਿੱਚ ਜੀਵ ਚੰਗੇ ਮੰਦੇ ਕਰਮ ਫਿਰ ਕਮਾਉਂਦੇ ਹਨ। ਕਰਮ ਕਮਾਹੀ, ਉਹਦੇ ਵਿੱਚ ਆਪਣੇ ਕਰਮ ਜਿਹੜੇ ਹਨ, ਕਰਮ ਇੱਥੇ ਸ਼ਬਦ ਬਹੁਵਚਨ ਹੈ ਕਿ ਫਿਰ ਜੀਵ ਆਪਣੇ ਕਰਮ ਅੰਨ ਜਿਹੜੇ ਇੱਥੇ ਉਹ ਕਮਾਉਂਦੇ ਹਨ। ਮੋਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਧੁਰ ਪਾਇਆ। ਲਿਖਤ ਪਾਤਸ਼ਾਹ ਜੀ ਆਖਣ ਲੱਗੇ ਕਿ ਪਰਮਾਤਮਾ ਜੀਵ ਲਈ ਜ਼ਿੰਦਗੀ ਦਾ ਸਮਾਂ ਫਿਰ ਮੁਕਰਰ ਕਰ ਦਿੰਦਾ ਹੈ। ਮੋਹਲਤ ਕਰ ਦੀਨੀ ਕਰਮ ਕਮਾਣੇ, ਅਤੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਭੂ ਜੀਵ ਦੇ ਫਿਰ ਅਗਲੇ ਕਰਮ ਜਿਹੜੇ ਹੈ ਆਪਣੇ ਹੁਕਮ ਅਨੁਸਾਰ ਉਹ ਲਿਖਦਾ ਹੈ ਕਿ ਉਹਦਾ ਮਾਲਕ ਦਾ ਹੁਕਮ ਹੀ ਹੈ ਕਿ ਜੈਸਾ ਬੀਜੈ ਸੋ ਲਾਉਣਾ, ਕਿ ਜਿਹੋ ਜਿਹੇ ਕਰਮ ਮਨੁੱਖ ਪਹਿਲਾਂ ਕਰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਮਾਲਕ ਦੇ ਹੁਕਮ ਨਾਲ ਉਹੋ ਜਿਹੇ ਉਹਦੇ ਕਰਮ ਜਿਹੜੇ ਹਨ ਘੜੇ ਜਾਂਦੇ ਹਨ, ਲਿਖੇ ਜਾਂਦੇ ਹਨ। ਅਤੇ ਉਹੋ ਜਿਹਾ ਲੇਖਾ ਫਿਰ ਮਾਲਕ ਭਾਵ ਮਾਲਕ ਦਾ ਹੁਕਮ ਜਿਹੜਾ ਹੈ ਮਾਲਕ ਉਹ ਲਿਖ ਦਿੰਦਾ ਹੈ। ਉਹੋ ਜਿਹੇ ਜੀਵ ਫਿਰ ਕਰਮ ਕਮਾਉਂਦੇ ਹਨ। ਮਾਤ ਪਿਤਾ ਭਾਈ ਸੁਤ ਬਨਿਤਾ, ਤਿਨ ਭੀਤਰ ਪ੍ਰਭੂ ਸੰਜੋਇਆ। ਸੰਜੋਇਆ ਤੋਂ ਭਾਵ ਕੀ ਹੈ? ਸੰਜੋ ਦੇਣਾ ਭਾਵ ਰਲਾ ਦੇਣਾ।
ਇਕੱਠਾ ਕਰ ਦੇਣਾ। ਸਤਿਗੁਰੂ ਜੀ ਆਖਣ ਲੱਗੇ ਕਿ ਮਾਤ ਪਿਤਾ ਭਾਈ ਸੁੱਤ ਅਤੇ ਬਨਤਾ। ਸੁੱਤ ਦਾ ਅਰਥ ਜੀ ਅਤੇ ਬਨਿਤਾ ਇਸਤਰੀ, ਕਿ ਮਾਂ ਪਿਓ ਭਰਾ ਪੁੱਤਰ ਇਸਤਰੀ ਆਦਿਕ ਇਹਨਾਂ ਸੰਬੰਧੀਆਂ ਵਿੱਚ ਪ੍ਰਭੂ ਜੀਵ ਨੂੰ ਫਿਰ ਰਚਾ ਮਚਾ ਦਿੰਦਾ ਹੈ, ਕਿ ਫਿਰ ਉਹ ਬਖਸ਼ਿਸ਼ ਕਰਦਾ ਹੈ। ਮਾਂ ਪਿਓ ਭਰਾ ਪੁੱਤਰ ਇਸਤਰੀ ਆਦਿਕ ਦੇ ਵਿੱਚ ਜਿਹੜਾ ਹੈ ਰਲਾ ਦਿੰਦਾ ਹੈ, ਭਾਵ ਸੰਜੋ ਦਿੰਦਾ ਹੈ। ਕਰਮ ਸੁਕਰਮ ਕਰਾਏ ਆਪੇ, ਇਸ ਜਨਤੈ ਵਸ ਕਿਛ ਨਾਹੀ। ਫਿਰ ਜਿਹੜਾ ਜੀਵ ਹੈ, ਪਾਤਸ਼ਾਹ ਜੀ ਆਖਣ ਲੱਗੇ ਇੱਥੇ ਹੁਣ ਉਸ ਮਾਲਕ ਦੀ ਜਿਹੜੀ ਹੈ ਪ੍ਰਭੂ ਸੱਤਾ, ਕਿ ਮਾਲਕ ਜਿਹੜਾ ਹੈ ਸਭ ਕੁਝ ਕਰਨ ਕਰਾਉਣ ਵਾਲਾ ਹੈ, ਕਿ ਇਸ ਜੀਵ ਦੇ ਇਖਤਿਆਰ ਵਿੱਚ ਫਿਰ ਕੁਝ ਵੀ ਨਹੀਂ ਹੈ, ਕਿ ਇਸ ਜਨਤੈ ਵਸ ਕਿਛ ਨਾਹੀ, ਇਹਦੇ ਹੱਥ ਵਸ ਵਿੱਚ ਕੁਝ ਵੀ ਨਹੀਂ। ਪਰਮਾਤਮਾ ਆਪ ਹੀ ਇਸ ਦੇ ਪਾਸੋਂ ਚੰਗੇ ਮੰਦੇ ਕਰਮ ਜਿਹੜੇ ਹੈ ਉਹ ਕਰਾਉਂਦਾ ਹੈ, ਕਿ ਇਹ ਸੰਸਾਰ ਉਹਦੇ ਵਾਸਤੇ ਇੱਕ ਬਾਜੀ ਦੀ ਤਰ੍ਹਾਂ ਹੈ। ਕਉ ਨਾਨਕ ਪ੍ਰਾਣੀ ਪਹਿਲੇ ਪਹਿਰੇ, ਕਉ ਨਾਨਕ ਪ੍ਰਾਣੀ ਪਹਿਲੇ ਪਹਿਰੈ, ਧਰ ਪਾਇਤਾ ਉਦਰੈ ਮਾਹੇ। ਪਾਤਸ਼ਾਹ ਜੀ ਆਖਣ ਲੱਗੇ, ਹੈ ਨਾਨਕ ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਿਰ ਵਿੱਚ ਪਰਮਾਤਮਾ ਪ੍ਰਾਣੀ ਦਾ ਪੈਂਤੜਾ ਮਾਂ ਦੇ ਪੇਟ ਵਿੱਚ ਰੱਖ ਦਿੰਦਾ ਹੈ। ਦੂਜੈ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ। ਭਰ ਜਵਾਨੀ ਭਾਵ ਪੂਰੀ ਭਰੀ ਹੋਈ ਜਵਾਨੀ, ਪੂਰੀ ਜ਼ੋਰ ਦੀ ਜਵਾਨੀ। ਲਹਿਰੀ, ਲਹਿਰਾਂ ਸ਼ਬਦ ਦਾ ਭਾਵ ਕਿ ਲਫ਼ਜ਼ ਲਹਿਰ ਤੋਂ ਬਹੁ ਵਚਨ ਹੈ, ਇੱਕ ਹੈ ਲਹਿਰ, ਇੱਕ ਹੈ ਲਹਿਰੀ, ਭਾਵ ਬਹੁਤ ਲਹਿਰਾਂ। ਸਤਿਗੁਰੂ ਜੀ ਆਖਣ ਲੱਗੇ, ਜੀਵ ਮਿੱਤਰ ਮਾਲਕ ਦੇ ਨਾਮ ਦਾ ਵਰਜ ਕਰਨ ਆਏ। ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਸਿਖਰ ਤੇ ਪਹੁੰਚੀ ਹੋਈ ਜਵਾਨੀ ਜੀਵ ਦੇ ਅੰਦਰ ਕੀ ਹੈ, ਉਛਾਲੇ ਮਾਰਦੀ ਹੈ, ਭਾਵ ਲਹਿਰਾਂ ਜਿਵੇਂ ਪਾਣੀ ਦੇ ਵਿੱਚ ਉਛਾਲੇ ਮਾਰਦੀਆਂ ਨਾ, ਉਵੇਂ ਲਹਿਰਾਂ ਦੀ ਤਰ੍ਹਾਂ ਫਿਰ ਜਵਾਨੀ ਹੈ ਜਿਹੜੀ ਉਹ ਉਛਾਲੇ ਮਾਰਦੀ ਹੈ। ਕਿਸੇ ਨੂੰ ਆਪਣੇ ਬਰਾਬਰ ਦਾ ਉਹ ਸਮਝਣ ਨਹੀਂ ਦਿੰਦੀ, ਉਹ ਆਪਣੇ ਆਪ ਵਿੱਚ ਹੀ ਇੱਕ ਬੜੀ ਵੱਡੀ ਹੈ ਜਿਹੜੀ ਉਹ ਬਣ ਕੇ ਸਮਾਜ ਵਿੱਚ ਵਿਚਰਦੀ ਹੈ। ਬੁਰਾ ਭਲਾ ਨਾ ਪਛਾਨਈ, ਵਣਜਾਰਿਆ ਮਿੱਤਰਾ, ਮਨ ਮਤਾ ਅਹਮੇ। ਹੁਣ ਪਾਤਸ਼ਾਹ ਜੀ ਆਖਣ ਲੱਗੇ, ਫਿਰ ਜਵਾਨੀ ਐਸੀ ਆਈ, ਐਸੀ ਜਵਾਨੀ ਇਹਦੇ ਉੱਤੇ ਜ਼ੋਰ ਭਰਦੀ ਆਈ। ਫਿਰ ਕੀ ਹੈ, ਬੁਰਾ ਭਲਾ ਨਾ ਪਛਾਣਈ। ਫਿਰ ਕੀ ਹੈ ਕਿ ਜਵਾਨੀ ਦੇ ਮੱਧ ਵਿੱਚ, ਜਵਾਨੀ ਦੇ ਨਸ਼ੇ ਦੇ ਵਿੱਚ ਪ੍ਰਾਣੀ ਫਿਰ ਇਹ ਨਹੀਂ ਪਛਾਣਦਾ ਕਿ ਜੋ ਮੈਂ ਕੁਝ ਕਰ ਰਿਹਾ ਉਹ ਚੰਗਾ ਹੈ ਜਾਂ ਮੰਦਾ ਹੈ, ਕੁਝ ਨਹੀਂ ਪਛਾਣ ਕਰਦਾ। ਉਹ ਆਖਦਾ ਜੋ ਮੈਂ ਕਰ ਰਿਹਾ ਉਹ ਠੀਕ ਹੈ, ਤੈਨੂੰ ਕੀ ਪਤਾ ਹੈ। ਬਹੁਤੀ ਵਾਰ ਸਮਾਜ ਦੇ ਵਿੱਚ ਐਸਾ ਹੁੰਦਾ ਨਾ ਕਿ ਬਾਪੂ ਤੇਰਾ ਸਮਾਂ ਬੀਤ ਗਿਆ, ਹੁਣ ਤੈਨੂੰ ਕੀ ਪਤਾ ਹੁਣ ਅੱਜ ਦੇ ਜ਼ਮਾਨੇ ਦਾ, ਜੋ ਮੈਂ ਕਰਦਾ ਉਹ ਠੀਕ ਹੈ, ਤੈਨੂੰ ਕੀ ਪਤਾ। ਖੈਰ ਆਖਣ ਲੱਗੇ ਕਿ ਜੋ ਮੈਂ ਕਰ ਰਿਹਾ ਉਹ ਚੰਗਾ ਜਾਂ ਮੰਦਾ ਇਹਦੀ ਬਿਲਕੁਲ ਪਛਾਣ ਨਹੀਂ ਕਰਦਾ, ਇਹਨੂੰ ਪਛਾਣਦਾ ਨਹੀਂ, ਵਿਕਾਰਾਂ ਵਿੱਚ ਪੈ ਜਾਂਦਾ ਹੈ। ਅਤੇ ਪਾਤਸ਼ਾਹ ਜੀ ਆਖ ਰਹੇ ਨੇ ਕਿ ਜੀਵ ਦਾ ਮਨ ਫਿਰ ਬੁਰਾ ਭਲਾ ਨਾ ਪਛਾਣਈ, ਮਨ ਮੱਤਾ ਅਹਮੇ। ਅਤੇ ਮਨ ਹੈ ਜਿਹੜਾ ਮੈਂ ਹੀ ਹਉਮੈ ਹੰਕਾਰ ਦੇ ਵਿੱਚ ਜਿਹੜਾ ਹੈ ਉਹ ਮੱਤਿਆ ਰਹਿੰਦਾ ਹੈ, ਕਿ ਜੀਵ ਦਾ ਮਨ ਫਿਰ ਹੰਕਾਰ ਵਿੱਚ ਅਤੇ ਇਹਦੇ ਵਿੱਚ ਮਸਤ ਰਹਿੰਦਾ ਹੈ, ਤੇ ਉਹਨੂੰ ਚੰਗੇ ਮੰਦੇ ਕੰਮ ਵਿੱਚ ਤਮੀਜ਼ ਨਹੀਂ ਕਰਦਾ, ਉਹਨੂੰ ਪਛਾਣ ਨਹੀਂ ਆਉਂਦੀ ਕਿ ਚੰਗਾ ਕਿਹੜਾ ਮਾੜਾ ਕਿਹੜਾ। ਬਸ ਹਉਮੈ ਵਿੱਚ
ਤੇ ਹੰਕਾਰ ਦੇ ਵਿੱਚ ਹੀ ਜਿਹੜਾ ਹੈ ਉਹ ਮਸਤ ਰਹਿੰਦਾ ਹੈ। ਮਨ ਮਤਾ ਅਹਮੇ, ਹਉਮੈ ਵਿੱਚ ਹੰਕਾਰ ਵਿੱਚ ਜਿਹੜਾ ਹੈ ਮਸਤ ਹੋ ਜਾਂਦਾ ਹੈ। ਬੁਰਾ ਭਲਾ ਨਾ ਪਛਾਣੈ ਪ੍ਰਾਣੀ, ਆਗੈ ਪੰਥ ਕਰਾਰਾ। ਪੰਥ ਦਾ ਅਰਥ ਕੀ ਹੈ ਜੀ? ਹਾਂਜੀ, ਕਰਾਰਾ, ਹਾਂਜੀ ਔਖਾ, ਸਖਤ ਵੀ ਕਹਿ ਦਿੰਦੇ ਅਸੀਂ, ਬੜਾ ਔਖਾ ਬੜਾ ਸਖਤ ਹੈ। ਪਾਤਸ਼ਾਹ ਜੀ ਆਖਣ ਲੱਗੇ ਜਵਾਨੀ ਦੇ ਨਸ਼ੇ ਦੇ ਵਿੱਚ ਫਿਰ ਬੁਰਾ ਭਲਾ ਨਾ ਪਛਾਣੈ ਪ੍ਰਾਣੀ, ਕਿ ਇਹ ਜਿਹੜਾ ਪ੍ਰਾਣੀ ਹੈ ਇਹ ਬੁਰਾ ਭਲਾ ਨਹੀਂ ਪਛਾਣਦਾ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ, ਕਿਹੜੇ ਕਰਮ ਕਰਨੇ ਨੇ ਕਿਹੜੇ ਨਹੀਂ ਕਰਨੇ, ਇਹ ਪਛਾਣਦਾ ਨਹੀਂ ਬਿਲਕੁਲ ਵੀ। ਆਪਣੀ ਜਵਾਨੀ ਦੇ ਮੱਧ ਵਿੱਚ ਹੀ ਆਖਦਾ ਹੈ ਕਿ ਮੈਂ ਜੋ ਕਰਦਾ ਉਹ ਠੀਕ ਹੈ। ਅਤੇ ਸਤਿਗੁਰੂ ਜੀ ਆਗੈ ਪੰਥ ਕਰਾਰਾ, ਅਤੇ ਵਿਕਾਰਾਂ ਵਿੱਚ ਪੈ ਜਾਂਦਾ, ਤੇ ਜੋ ਫਿਰ ਉਸ ਮਾਲਕ ਦੇ ਦਰ ਦਾ ਰਸਤਾ ਹੈ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਾਲਾ ਜਿਹੜਾ ਰਸਤਾ ਹੈ, ਫਿਰ ਉਹ ਰਸਤੇ ਵਿੱਚ ਬੜਾ ਔਖਾ ਹੁੰਦਾ ਹੈ। ਉਹ ਰਸਤਾ ਇਸ ਤੋਂ ਚੜ੍ਹ ਨਹੀਂ ਹੁੰਦਾ, ਉਹ ਪੈਂਡਾ ਹੈ ਜਿਹੜਾ ਉਹ ਬੜਾ ਔਖਾ ਲੱਗਦਾ ਹੈ, ਝਾਕਦਾ ਹੈ। ਪੂਰਾ ਸਤਿਗੁਰ ਕਬਹੂ ਨਾ ਸੇਵਿਆ, ਸਿਰ ਠਾਡੇ ਜਮ ਜੰਦਾਰਾ। ਪਾਤਸ਼ਾਹ ਜੀ ਆਖਣ ਲੱਗੇ, ਹੁਣ ਪਿਛਲੇਰੇ ਪੰਕਤੀਆਂ ਦੇ ਹਿਸਾਬ ਦੇ ਨਾਲ ਇੱਥੇ ਆਖ ਰਹੇ ਨੇ ਕਿ ਹਉਮੈ ਵਿੱਚ ਮਸਤ ਮਨੁੱਖ ਹੈ ਜਿਹੜਾ, ਪੂਰਾ ਸਤਿਗੁਰ ਕਬਹੂ ਨਾ ਸੇਵਿਆ, ਕਿ ਪੂਰੇ ਗੁਰੂ ਦੀ ਸ਼ਰਨ ਨਹੀਂ ਪੈਂਦਾ, ਪੂਰੇ ਗੁਰੂ ਕੋਲ ਨਹੀਂ ਆਉਂਦਾ, ਅਤੇ ਇਸ ਵਾਸਤੇ ਉਸ ਦੇ ਸਿਰ ਉੱਤੇ ਜ਼ਾਲਮ ਜਮ ਫਿਰ ਆ ਖਲੋਂਦਾ ਹੈ, ਕਿ ਉਹਦੇ ਸਿਰ ਦੇ ਉੱਤੇ ਫਿਰ ਇਹ ਜਮ ਰੂਪ ਵਿਕਾਰ ਹੈ ਜਿਹੜਾ, ਸਿਰ ਠਾਡੇ ਜਮ ਜੰਦਾਰਾ, ਕਿ ਇਹ ਜ਼ਾਲਮ ਜਮ ਫਿਰ ਆ ਪਹੁੰਚਦੇ ਨੇ ਉਹਦੇ ਕੋਲ, ਕਿ ਜਿਹੜਾ ਗੁਰੂ ਦੀ ਸ਼ਰਨ ਨਹੀਂ ਆਏਗਾ, ਗੁਰੂ ਕੋਲੋਂ ਸਿੱਖਿਆ ਨਹੀਂ ਪ੍ਰਾਪਤ ਕਰੇਗਾ, ਸਹਿਜੇ ਹੈ ਕਿ ਉਹਦਾ ਜੀਵਨ ਵਿਕਾਰੀ ਹੋਏਗਾ। ਉਹ ਹਉਮੈ ਵਿੱਚ, ਹੰਕਾਰ ਵਿੱਚ, ਕਾਮ ਵਿੱਚ, ਕ੍ਰੋਧ ਵਿੱਚ, ਮਾਇਆ ਤ੍ਰਿਸ਼ਨਾ ਦੇ ਵਿੱਚ ਹੀ ਲਿਪਤ ਰਹੇਗਾ, ਹਮੇਸ਼ਾ ਉਹ ਬੁਰੇ ਕਾਰਜ ਹੀ ਕਰੇਗਾ। ਇਸ ਕਰਕੇ ਪਾਤਸ਼ਾਹ ਜੀ ਆਖਣ ਲੱਗੇ ਇਹ ਫਿਰ ਵਿਕਾਰ ਰੂਪ ਜ਼ਾਲਮ ਜਮ ਨੇ ਜਿਹੜੇ, ਇਹ ਫਿਰ ਉਹਦੇ ਸਿਰ ਉੱਤੇ ਆ ਖਲੋਂਦੇ ਹਨ। ਠਾਡੇ ਤੋਂ ਭਾਵ ਖਲੋਤੇ ਹੋਏ। ਧਰਮ ਰਾਏ ਜਬ ਪਕਰਸ ਬਵਰੇ, ਤਬ ਕਿਆ ਜਵਾਬ ਕਰੇ। ਹੁਣ ਇੱਥੇ ਸਤਿਗੁਰੂ ਪਾਤਸ਼ਾਹ ਜੀ ਉਸੇ ਤਰ੍ਹਾਂ ਸ਼ਬਦ ਵਰਤ ਰਹੇ ਨੇ ਜਿਵੇਂ ਪੁਰਾਤਨ ਤੌਰ ਤੇ ਇਹ ਵਿਧ ਚੱਲਦੀ ਸੀ, ਕਿ ਜਿਹੜੇ ਲੋਕ ਧਰਮਰਾਜ ਦੇ ਵਿੱਚ ਵਿਸ਼ਵਾਸ ਕਰਦੇ ਨੇ। ਹੁਣ ਧਰਮਰਾਜ ਜੇ ਹੋਵੇ ਵੀ ਤੇ ਰੱਬ ਤੋਂ ਵੱਡਾ ਥੋੜਾ ਹੋਏਗਾ, ਗੁਰੂ ਤੋਂ ਵੱਡਾ ਥੋੜਾ ਹੋਏਗਾ, ਕਿਉਂਕਿ ਗੁਰ ਤੇ ਪਰਮੇਸ਼ਰ ਇੱਕੋ ਹੀ ਨੇ। ਗੁਰ ਪਰਮੇਸ਼ਰ ਇੱਕ ਹੋ ਜਾਣ, ਇੱਕੋ ਹੀ ਹੈ, ਕਿ ਜੋ ਗੁਰੂ ਨੇ ਕਹਿ ਦਿੱਤਾ ਜੇ ਉਹ ਮੰਨ ਲਿਆ ਤੇ ਫਿਰ ਤੇ ਲੋੜ ਹੀ ਕੋਈ ਨਹੀਂ। ਕਹਿਣ ਤੋਂ ਭਾਵ ਹੈ ਇਹ ਵੀ ਇੱਕ ਜਿਹੜਾ ਹੈ ਪੁਰਾਤਨ ਸਮੇਂ ਤੋਂ ਜੋ ਰੀਤ ਚੱਲੀ ਆ ਰਹੀ ਸੀ ਕਿ ਫਲਾਣੇ ਅਸਮਾਨ ਦੇ ਉੱਤੇ ਧਰਮਰਾਜ ਬੈਠਾ ਹੈ, ਉਹਦੇ ਦੋ ਚਿੱਤਰਗੁਪਤ ਨੇ, ਇੱਕ ਪਾਸੇ ਚੰਗਾ ਬਹਿੰਦਾ ਇੱਕ ਪਾਸੇ ਮਾੜਾ, ਇੱਕ ਚੰਗੇ ਕਰਮ ਦੱਸਦਾ ਇੱਕ ਮਾੜੇ ਕਰਮ ਦੱਸਦਾ, ਜੋ ਪੁਰਾਤਨ ਫਿਲਾਸਫੀ ਹੈ। ਪਾਤਸ਼ਾਹ ਜੀ ਇਸੇ ਤਰੀਕੇ ਦੇ ਨਾਲ ਸਮਝਾਉਂਦੇ ਨੇ ਕਿ ਜਿਹੜੇ ਲੋਕ ਮੰਨਦੇ ਨੇ ਕਿ ਧਰਮਰਾਜ ਵੀ ਹੁੰਦਾ ਹੈ, ਫਿਰ ਉਹਨਾਂ ਦੇ ਬਾਰੇ ਆਖਦੇ ਨੇ ਕਿ ਫਿਰ ਜੇ ਧਰਮਰਾਜ ਭਾਵ ਉਹਦਾ ਹੁਕਮ ਹੀ ਧਰਮਰਾਜ ਹੈ, ਮਾਲਕ ਦਾ ਹੁਕਮ ਧਰਮਰਾਜ ਹੀ ਹੈ। ਆਖਣ ਲੱਗੇ ਕਿ ਜਵਾਨੀ ਦੇ ਨਸ਼ੇ ਵਿੱਚ ਮਨੁੱਖ ਫਿਰ ਕਦੇ ਨਹੀਂ ਸੋਚਦਾ ਹਉਮੈ ਵਿੱਚ ਝੱਲੇ ਹੋ ਕੇ ਕਿ ਬਵਰੇ ਤਬ ਕਿਆ ਜਵਾਬ ਕਰੇ, ਕਿ ਜਦੋਂ ਫਿਰ ਮਾਲਕ ਦਾ ਹੁਕਮ ਰੂਪ ਧਰਮਰਾਜ ਹੈ ਜਿਹੜਾ ਉਹਨੂੰ ਆ ਕੇ ਫੜੇਗਾ, ਤਦੋਂ ਆਪਣੀਆਂ ਮੰਦੀਆਂ ਕਰਤੂਤਾਂ ਕਰਕੇ ਉਸ ਨੂੰ ਕੀ ਜਵਾਬ ਦੇਗਾ। ਸਹਿਜੇ ਆ ਨਾ ਕਿ ਕੋਈ ਵੀ ਡਿਪਾਰਟਮੈਂਟ ਹੋਏ, ਕੋਈ ਵੀ ਸੰਸਥਾ ਹੋਏ, ਕੁਝ ਵੀ ਹੋਏ, ਜੇਕਰ ਉੱਥੇ ਕੰਮ ਕਰਨ ਵਾਲੇ ਅਹੁਦੇਦਾਰ ਜਾਂ ਜਿਹੜੇ ਉੱਥੇ ਨੌਕਰੀ ਕਰਦੇ ਨੇ ਉਹ ਠੀਕ ਕੰਮ ਨਹੀਂ ਕਰਦੇ
ਤੇ ਜਦੋਂ ਫਿਰ ਉਹਨਾਂ ਨੂੰ ਕੋਈ ਉਸ ਤੋਂ ਵੱਡਾ ਅਫਸਰ ਜਾਂ ਕਹਿ ਦਈਏ ਫਲਾਇੰਗ ਵਾਲੇ ਫੜ ਲੈਂਦੇ ਆ ਤੇ ਫਿਰ ਉਹਨਾਂ ਕੋਲ ਜਵਾਬ ਕੋਈ ਨਹੀਂ ਹੁੰਦਾ, ਭਾਵੇਂ ਕੁਝ ਵੀ ਹੋਵੇ, ਨਾ ਹੀ ਉਦੋਂ ਕੋਈ ਸੁਣਦਾ। ਕਹਿਣ ਤੋਂ ਭਾਵ ਇਸੇ ਤਰੀਕੇ ਦੇ ਨਾਲ ਫਿਰ ਜਦੋਂ ਮਾਲਕ ਜਿਹੜਾ ਹੈ ਉਹਦਾ ਹੁਕਮ ਰੂਪ ਜਮ ਆ ਫੜੇਗਾ ਤੇ ਆਪਣੇ ਮੰਦੇ ਮਾੜੇ ਕਰਮਾਂ ਦੇ ਕਰਕੇ ਫਿਰ ਉਸ ਮਾਲਕ ਨੂੰ ਜਵਾਬ ਕੀ ਦੇਗਾ? ਕੀ ਜਵਾਬ ਦੇਗਾ ਕਿ ਮੈਂ ਕਿਉਂ ਇਹ ਕਰਮ ਕਰਦਾ ਰਿਹਾ? ਗੁਰੂ ਮੇਰੇ ਕੋਲ ਹਾਜ਼ਰ, ਗੁਰੂ ਤੇਰੇ ਕੋਲ ਹਾਜ਼ਰ ਨਾਜ਼ਰ ਸੀ, ਉਹਦੀ ਸ਼ਰਨ ਪੈ ਕੇ ਤੂੰ ਚੰਗੇ ਕਰਮ ਕਿਉਂ ਨਹੀਂ ਕੀਤੇ? ਕੀ ਜਵਾਬ ਹੋਏਗਾ? ਕਉ ਨਾਨਕ ਦੂਜੈ ਪਹਿਰੈ ਪ੍ਰਾਣੀ, ਪਰ ਜੋਬਨ ਲਹਿਰੀ ਦੇ। ਹੇ ਨਾਨਕ, ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਸਿਖਰ ਤੇ ਪਹੁੰਚਿਆ ਹੋਇਆ ਜੋਬਨ ਮਨੁੱਖ ਦੇ ਅੰਦਰ ਉਛਾਲੇ ਮਾਰਦਾ, ਲਹਿਰਾਂ ਦੇ ਵਾਂਗ ਜਿਹੜਾ ਹੈ ਉਹ ਉੱਡ ਉੱਡ ਪੈਂਦਾ ਹੈ। ਤੀਜੈ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਬਿਖ ਸੰਚੈ ਅੰਧ ਅਗਿਆਨ। ਹੁਣ ਤੀਜੇ ਜ਼ਿੰਦਗੀ ਦੇ ਤੀਜੇ ਪਹਿਰ ਦੀ ਗੱਲ ਸਤਿਗੁਰੂ ਪਾਤਸ਼ਾਹ ਜੀ ਕਰਦੇ ਨੇ ਕਿ ਮਨੁੱਖ ਫਿਰ ਜਦੋਂ ਤੀਜੇ ਪਹਿਰ ਵਿੱਚ ਪਹੁੰਚਦਾ ਹੈ ਨਾ, ਪਾਤਸ਼ਾਹ ਜੀ ਆਖਣ ਲੱਗੇ, ਹੀ ਮਾਲਕ ਦੇ ਨਾਮ ਦਾ ਵਪਾਰ ਵਣਜ ਕਰਨ ਆਏ ਪਿਆਰੀ ਜੀਵ ਮਿੱਤਰ, ਜ਼ਿੰਦਗੀ ਦੀ ਰਾਤ ਦੇ ਤੀਜੇ ਪਹਿਰ ਵਿੱਚ ਬਿਖ ਸੰਚੈ, ਸੰਚੈ ਦਾ ਅਰਥ ਕੀ ਹੈ ਜੀ? ਇਕੱਠਾ ਕਰਦਾ ਹੈ, ਜੋੜਦਾ ਹੈ। ਅਤੇ ਅੰਧ ਅਗਿਆਨ ਕੀ ਗਿਆਨ ਤੋਂ ਸਖਣਾ ਜੀਵ ਫਿਰ ਮੋਹ ਵਿੱਚ ਅੰਨਾ ਹੋਇਆ ਜਿਹੜਾ ਹੈ ਉਹ ਆਤਮਿਕ ਜੀਵਨ ਨੂੰ ਮਾਰ ਮੁਕਾਉਣ ਵਾਲਾ ਧਨ ਰੂਪ ਜ਼ਹਿਰ ਫਿਰ ਇਕੱਠਾ ਕਰਦਾ ਹੈ। ਬਿਖ ਸੰਚੈ, ਬਿਖ ਤੋਂ ਭਾਵ ਜ਼ਹਿਰ, ਕਿ ਫਿਰ ਜਿਹੜਾ ਆਤਮਿਕ ਆਨੰਦ ਨਹੀਂ ਦਿੰਦਾ, ਜਿਹਦੇ ਕਰਕੇ ਆਤਮਿਕ ਅੰਦਰ ਦਾ ਸਾਡਾ ਸੁੱਖ ਖਤਮ ਹੁੰਦਾ ਹੈ, ਜਿਹਨੂੰ ਅਸੀਂ ਆਮ ਤੌਰ 'ਤੇ ਆਖਦੇ ਹਾਂ ਕਿ ਹੈ ਤੇ ਕੋਲ ਬੜਾ ਕੁਛ ਪਰ ਸ਼ਾਂਤੀ ਨਹੀਂ ਹੈ। ਆਮ ਸ਼ਬਦ ਵਰਤਦੇ ਨਾ, ਗੁਰੂ ਸਾਹਿਬ ਉਸੇ ਨੂੰ ਆਤਮਿਕ ਸੁੱਖ ਕਹਿੰਦੇ ਹੈ ਕਿ ਸਾਰੇ ਸਾਧਨ ਹਨ, ਸਭ ਕੁਝ ਹੈ, ਸੋਹਣਾ ਪਰਿਵਾਰ ਹੈ, ਸੋਹਣੀ ਆਰਥਿਕ ਅਵਸਥਾ ਹੈ, ਫਿਰ ਵੀ ਅੰਦਰ ਟਿਕਾ ਕਿਉਂ ਨਹੀਂ? 24 ਘੰਟੇ ਮਨ ਭੱਜਦਾ ਕਿਉਂ ਰਹਿੰਦਾ ਹੈ? ਕਿਉਂ ਨੀਂਦ ਨਹੀਂ ਆਉਂਦੀ? ਕਿਉਂ ਮਨ ਜਿਹੜਾ ਟਿਕਾ ਦੇ ਵਿੱਚ ਨਹੀਂ ਰਹਿੰਦਾ? ਕਿਉਂ ਹਰ ਵੇਲੇ ਕਿਸੇ ਦੂਸਰੇ ਦੀਆਂ ਗੱਲਾਂ ਦੇ ਵਿੱਚ ਸਾਡੀ ਦਿਲਚਸਪੀ ਜ਼ਿਆਦਾ ਹੁੰਦੀ ਹੈ? ਕਾਰਨ ਹੈ ਨਾ ਕਿ ਸਾਡੇ ਜਾਂ ਤਾਂ ਕੰਨ ਦਾ ਰਸ ਹੈ ਜਾਂ ਜ਼ੁਬਾਨ ਦਾ ਰਸ ਹੈ। ਕੰਨ ਸੁਣਨਾ ਚਾਹੁੰਦੇ ਨੇ, ਨਿੰਦਾ ਚੁਗਲੀ, ਕੋਈ ਮਾੜੀਆਂ ਗੱਲਾਂ, ਮਾੜੇ ਗੀਤ, ਮਾੜੇ ਵਿਚਾਰ, ਤੇ ਜ਼ੁਬਾਨ ਜਿਹੜਾ ਉਹ ਕਹਿਣਾ ਚਾਹੁੰਦੀ ਹੈ। ਨਾ ਹੁੰਦਿਆਂ ਹੋਇਆਂ ਵੀ ਕਈ ਵਾਰ ਮਨੁੱਖ ਐਸੇ ਬਚਨ ਬੋਲਦਾ ਹੈ ਕਿ ਤਾਂ ਕਿ ਉਹਦੀ ਝੂਠੀ ਜਿਹੜੀ ਹੈ ਇੱਜ਼ਤ ਬਣੀ ਰਹੇ। ਪਰ ਪਾਤਸ਼ਾਹ ਜੀ ਫਿਰ ਇੱਥੇ ਇਹ ਆਖਦੇ ਨੇ, ਇਹਦਾ ਭਾਵ ਇਕੱਲਾ ਇਹ ਨਹੀਂ ਕਿ ਧਨ ਪਦਾਰਥ ਇਕੱਠਾ ਕਰ ਲੈਣਾ ਹੀ ਬਿਖ ਸੰਚਨਾ ਹੈ। ਭਾਵ ਜਿਹਦੇ ਨਾਲ ਅੰਦਰ ਦੇ ਸੁੱਖ ਨੂੰ ਖਤਰਾ ਹੈ, ਸਾਡਾ ਅੰਦਰ ਦਾ ਸੁੱਖ ਜਿਹਦੇ ਨਾਲ ਖਤਮ ਹੁੰਦਾ ਹੈ, ਉਹ ਵਿਚਾਰ ਵੀ ਹੋ ਸਕਦੇ ਹੈ, ਉਹ ਕੋਈ ਭੋਜਨ ਪਦਾਰਥ ਵੀ ਹੋ ਸਕਦਾ ਹੈ, ਉਹ ਸਾਡੀ ਕੋਈ ਐਸੀ ਸੰਗਤ ਵੀ ਹੋ ਸਕਦੀ ਹੈ, ਉਹ ਧਨ ਪਦਾਰਥ, ਗੱਡੀ, ਘਰ ਤੇ ਪਰਿਵਾਰ ਵੀ ਹੋ ਸਕਦਾ ਹੈ, ਜਿਹਦੇ ਕਰਕੇ ਅੰਦਰ ਦਾ ਸੁੱਖ ਤੁਹਾਡਾ ਖਤਮ ਹੁੰਦਾ ਹੈ। ਕੀ ਹੈ? ਪਾਤਸ਼ਾਹ ਜੀ ਆਖਣ ਲੱਗੇ, ਅੰਧ ਅਗਿਆਨ, ਅੰਨਾ ਮਨੁੱਖ, ਅਤੇ ਅਗਿਆਨ ਗਿਆਨਹੀਣਾ ਮਨੁੱਖ, ਕਿ ਗਿਆਨ ਤੋਂ ਬਿਨਾਂ ਅੰਨਾ ਹੋ ਕੇ ਮਾਇਆ ਦੇ ਮੋਹ ਵਿੱਚ ਫਿਰ ਇਹ ਜ਼ਹਿਰ ਰੂਪ ਪਦਾਰਥ ਇਕੱਠੇ ਕਰਦਾ ਹੈ, ਜਿਹੜੇ ਮਨੁੱਖ ਦੇ ਆਤਮਿਕ ਜੀਵਨ ਦੇ ਲਈ ਵੱਡਾ ਖਤਰਾ ਨਹੀਂ, ਜਿਹੜਾ ਆਤਮਿਕ ਜੀਵਨ ਨੂੰ ਮੁਕਾਉਣ ਦਾ ਕੰਮ ਕਰਦੇ ਹਨ। ਪੁੱਤਰ ਕਲੱਤਰ ਮੋਹ ਲਪਟਿਆ ਵਣਜਾਰਿਆ ਮਿੱਤਰਾ, ਅੰਤਰ ਲਹਿਰ ਲੋਭਾਨ। ਪੁੱਤਰ ਦਾ ਇੱਥੇ ਕੀ ਅਰਥ ਹੈ ਜੀ? ਸਿਆਰੀ ਨਾਲ ਹੈ। ਅੱਗੇ ਮੋਹ ਸ਼ਬਦ ਵੀ ਵਰਤਿਆ ਸਤਿਗੁਰੂ ਜੀ ਨੇ ਨਾਲ।
ਪੁੱਤਰ ਦੇ ਮੋਹ ਵਿੱਚ, ਤੇ ਕਲੱਤਰ ਇਸਤਰੀ ਦੇ ਮੋਹ ਵਿੱਚ। ਪਾਤਸ਼ਾਹ ਜੀ ਆਖਣ ਲੱਗੇ ਲੋਭਾਨ ਦਾ ਅਰਥ ਲੋਭੀ, ਜਿਹੜਾ ਬੜਾ ਲੋਭੀ, ਲੋਭ ਕਰਨ ਵਾਲਾ ਮਨੁੱਖ ਹੋਏ। ਕਿ ਇਹ ਵਣਜਾਰੇ ਮਿੱਤਰ, ਤਦੋਂ ਮਨੁੱਖ ਮਾਇਆ ਦਾ ਲੋਭੀ ਹੋ ਜਾਂਦਾ ਹੈ, ਇਸ ਦੇ ਅੰਦਰ ਲੋਭ ਦੀਆਂ ਲਹਿਰਾਂ ਉੱਠਦੀਆਂ ਨੇ। ਅੰਤਰ ਲਹਿਰ ਲੋਭਾਨ, ਮਨੁੱਖ ਬੜਾ ਲੋਭੀ ਹੋ ਜਾਂਦਾ ਹੈ। ਕਦੋਂ? ਪਿਛਲੀ ਪੰਕਤੀ ਦੇ ਵਿੱਚ, ਜਦੋਂ ਮੋਹ ਵਿੱਚ ਅੰਨਾ ਹੋ ਜਾਂਦਾ ਹੈ, ਜਦੋਂ ਇਹਦੇ ਕੋਲ ਅਗਿਆਨਤਾ ਦਾ ਹਨੇਰਾ ਹੀ ਹੁੰਦਾ ਹੈ, ਜਦੋਂ ਇਹ ਦੁਨੀਆ ਦੇ ਜ਼ਹਿਰ ਰੂਪ ਪਦਾਰਥ ਹੀ ਇਕੱਠੇ ਕਰਦਾ ਹੈ, ਜਿਹਦੇ ਨਾਲ ਇਹਨੂੰ ਅੰਦਰ ਦਾ ਸੁੱਖ ਨਹੀਂ, ਬਾਹਰ ਦਾ ਸੁੱਖ ਤੇ ਹੈ। ਕਈ ਵਾਰ ਹੁੰਦਾ ਹੈ ਨਾ ਕਿ ਬਾਹਰੋਂ ਸਾਨੂੰ ਲੱਗਦਾ ਸਾਡਾ ਸਰੀਰ ਬੜਾ ਤੰਦਰੁਸਤ ਹੈ, ਪਰ ਕਈ ਵਾਰ ਸਾਨੂੰ ਦਰਦ ਹੋਣ ਲੱਗ ਜਾਂਦਾ, ਹੁੰਦਾ ਹੈ ਨਾ। ਉਹ ਹੁਣ ਦਰਦ ਕੋਈ ਨਾਪਣ ਦੀ ਚੀਜ਼ ਤਾਂ ਨਹੀਂ ਹੁੰਦੀ, ਕਿਸੇ ਨੂੰ ਦਿਖਾਇਆ ਤੇ ਨਹੀਂ ਜਾ ਸਕਦਾ ਕਿ ਇੰਨਾ ਕੁ ਦਰਦ ਹੁੰਦਾ ਹੈ, ਬਸ ਇੰਨੇ ਕੁ ਦੀ, ਜਾਂ ਇਹ ਇੰਨੇ ਕੁ ਦੀ ਗਿਣਤੀ ਹੈ, ਜਾਂ ਇੰਨਾ ਕੁ ਦਾ ਕੋਈ ਮਾਪ ਮੀਟਰ ਹੈ, ਇਸ ਤਰ੍ਹਾਂ ਦਾ ਤਾਂ ਨਹੀਂ ਕੋਈ ਹੁੰਦਾ। ਹੋ ਸਕਦਾ ਆਉਣ ਵਾਲੇ ਸਮੇਂ 'ਚ ਹੋ ਜਾਏ, ਪਰ ਅੱਜ ਤੇ ਐਸਾ ਨਹੀਂ ਹੈ। ਕਹਿਣ ਤੋਂ ਭਾਵ ਹੈ ਕਿ ਭਾਵੇਂ ਸਾਡੇ ਹੱਥ ਵਿੱਚ ਹੀ ਹੁੰਦਾ ਹੋਏ, ਸਾਨੂੰ ਬਾਹਰੋਂ ਲੱਗਦਾ ਹੈ ਕਿ ਬੜਾ ਸੋਹਣਾ ਹੱਥ ਹੈ, ਇਹਦੇ 'ਚ ਕੋਈ ਪ੍ਰੋਬਲਮ ਨਹੀਂ, ਜਾਂ ਜਦੋਂ ਕਈ ਵਾਰ ਗੁੱਝੀ ਸੱਟ ਲੱਗਦੀ ਹੈ, ਉਦੋਂ ਕੀ ਹੈ, ਦਰਦ ਅੰਦਰ ਹੁੰਦਾ ਹੈ, ਬਾਹਰੋਂ ਸਾਫ਼ ਸੁਥਰਾ ਦਿਸਦਾ ਹੈ, ਪਰ ਅੰਦਰ ਦਰਦ ਬੜੀ ਸਾਨੂੰ ਟਿਕਣ ਨਹੀਂ ਦਿੰਦੀ। ਇਸੇ ਤਰ੍ਹਾਂ ਹੀ ਅੰਦਰ ਦਾ ਸੁੱਖ ਹੈ। ਬਾਹਰੋਂ ਜਿੰਨੇ ਮਰਜ਼ੀ ਸੋਹਣੇ ਤੇ ਚੰਗੇ ਹੋਈਏ, ਸਾਫ਼ ਸੁਥਰੇ ਹੋਈਏ, ਪਹਿਨਣ ਵਾਸਤੇ ਮਹਿੰਗੇ ਕੱਪੜੇ ਹੋਣ, ਖਾਣ ਵਾਸਤੇ ਅੱਛੇ ਪਦਾਰਥ ਹੋਣ, ਚੱਲਣ ਫਿਰਨ ਦੇ ਲਈ ਸਾਡੇ ਕੋਲ ਚੰਗੇ ਸਾਧਨ ਹੋਣ, ਰਹਿਣ ਦੇ ਲਈ ਚੰਗਾ ਮਹਿਲ ਘਰ ਹੋਵੇ, ਪਰ ਇਹ ਬਾਹਰ ਦੀਆਂ ਵਸਤੂਆਂ ਨੇ, ਇਹ ਬਾਹਰੀ ਦਿੱਖ ਹੈ। ਜਿਵੇਂ ਗੁੱਝੀ ਸੱਟ ਤੇ ਦਰਦ ਅੰਦਰ ਹੁੰਦੀ ਹੈ ਨਾ, ਆਤਮਿਕ ਸੁੱਖ ਅੰਦਰ ਹੁੰਦਾ। ਇਹ ਵਿਕਾਰ ਵੀ ਅੰਦਰੋਂ ਹੀ ਆਪਣਾ ਕੰਮ ਕਰਦੇ ਹੈ ਕਿ ਮਨੁੱਖ ਦੇ ਜੀਵਨ ਵਿੱਚ ਟਿਕਾ ਹੀ ਨਹੀਂ ਹੁੰਦਾ, ਟਿਕਦਾ ਹੀ ਨਹੀਂ ਹੈ। ਉਸੇ ਚੀਜ਼ ਨੂੰ ਪਾਤਸ਼ਾਹ ਜੀ ਇੱਥੇ ਆਖਦੇ ਹੈ ਕਿ ਜਦੋਂ ਫਿਰ ਮਨੁੱਖ ਅੰਨਾ ਹੋ ਜਾਂਦਾ ਹੈ ਨਾ, ਕਿ ਕਿਸੇ ਨੂੰ, ਬੰਦੇ ਨੂੰ ਬੰਦਾ ਨਹੀਂ ਸਮਝਦਾ, ਜੇਕਰ ਕੋਈ ਗੱਲ ਹੋ ਜਾਏ ਉਦੋਂ ਵਧਾ ਚੜਾ ਕੇ ਕਰਦਾ ਹੈ। ਕਈ ਵਾਰ ਹੁੰਦਾ ਹੈ ਨਾ ਐਸਾ ਕਿ ਕਿਸੇ ਕਾਰਨ ਕਰਕੇ ਕਿਸੇ ਤੋਂ ਬੁਰਾ ਹੋ ਜਾਂਦਾ ਹੈ, ਫਿਰ ਆਖਦਾ ਕੋਈ ਗੱਲ ਨਹੀਂ, ਹੁਣ ਮੈਂ ਦੱਸੂਗਾ ਇਹਨੂੰ ਵੀ ਕਿਵੇਂ ਨੁਕਸਾਨ ਕਰੀਦਾ ਹੈ ਨਾ। ਭਾਵਨਾ ਕਿ ਜੋ ਅਗਲੇ ਦੀ ਭਾਵਨਾ ਹੈ ਜਾਂ ਨਹੀਂ ਹੈ, ਬਹੁਤ ਵਾਰ ਤਾਂ ਹੁੰਦੀ ਹੈ, ਪਰ ਫਿਰ ਆਪ ਵੀ ਉਸੇ ਤਰੀਕੇ ਨਾਲ ਪੇਸ਼ ਹੁੰਦਾ ਹੈ। ਭਾਵੇਂ ਕਿ ਜੇ ਕੋਈ ਜ਼ੁਲਮ ਵਾਲੀ ਗੱਲ ਹੈ ਤੇ ਉਹ ਸਹਿਣਾ ਵੀ ਪਾਪ ਹੈ, ਕਰਨਾ ਵੀ ਪਾਪ ਹੈ, ਸਹਿਣਾ ਵੀ ਪਾਪ ਹੈ, ਪਰ ਜੇ ਕੋਈ ਵੈਸੇ ਕੋਈ ਗੱਲ ਹੋਈ, ਫਲਾਣੇ ਬੰਦੇ ਨੇ ਮੇਰੇ ਬਾਰੇ ਆਹ ਆਖਿਆ ਸੀ, ਹੁਣ ਮੈਂ ਦੱਸਾਂਗਾ ਇਹਨੂੰ ਕਿ ਮੈਂ ਕਿਵੇਂ ਕਰਨਾ, ਇਹ ਸਿਰਫ ਇੱਕ ਛੋਟੀ ਜਿਹੀ ਉਦਾਹਰਨ ਹੈ। ਜਦੋਂ ਵੀ ਤੁਹਾਡਾ ਮਨ ਹੈ ਜਿਹੜਾ ਉਹ ਗੁਰੂ ਦੇ ਸ਼ਬਦ ਹੁਕਮ ਤੋਂ ਉਲਟ ਹੋ ਕੇ ਸੋਚੇਗਾ, ਸਮਝ ਲਿਓ ਤੁਸੀਂ ਮਾਇਆ ਦੇ ਅਧੀਨ ਹੋ। ਸੌਖਾ ਤਰੀਕਾ ਇੱਥੇ ਆਖਦੇ ਨੇ, ਅੰਧ ਅਗਿਆਨ ਜਿਹੜਾ ਅੰਨਾ ਮਨੁੱਖ ਹੈ, ਮਾਇਆ ਦੇ ਮੂੰਹ ਵਿੱਚ ਅੰਨਾ ਹੋ ਜਾਂਦਾ ਹੈ, ਫਿਰ ਇਹ ਮਾਇਆ ਦਾ ਲੋਭੀ ਹੋ ਜਾਂਦਾ, ਫਿਰ ਕਦੇ ਨਹੀਂ ਵੇਖਦਾ ਕਿ ਆਪਣਾ ਹੈ ਕਿ ਪਰਾਇਆ ਹੈ, ਬਸ ਇਹ ਆਪਣਾ ਕੰਮ ਕੱਢਣ ਦੀ ਤਾਕ ਵਿੱਚ ਰਹਿੰਦਾ ਹੈ, ਅਤੇ ਇਹਦੇ ਅੰਦਰ ਫਿਰ ਲੋਭ ਦੀਆਂ ਲਹਿਰਾਂ ਉੱਠਦੀਆਂ ਰਹਿੰਦੀਆਂ। ਕੋਈ ਵੀ ਕੰਮ ਕਰਦਾ ਹੋਏ, ਵਪਾਰੀ ਹੋਏ, ਸਰਕਾਰੀ ਹੋਏ, ਕਿਸੇ ਵੀ ਤਰੀਕੇ ਦਾ, ਫਿਰ ਇਹ ਸੋਚਦਾ ਹੈ ਕਿ ਹੁਣ ਬਸ ਇੱਧਰੋਂ ਇਸ ਤਰੀਕੇ ਦੇ ਨਾਲ ਹੱਥਾਂ ਦੇ ਮਨ ਦੇ ਵਿੱਚ ਹੀ ਕੈਲਕੂਲੇਸ਼ਨ ਕਰਦਾ ਹੈ ਕਿ ਇੰਨੇ ਕੁ ਮੰਗ ਲਵਾਂਗੇ, ਇੰਨੀ ਕੁ ਆਪਣੀ ਸੇਵਾ ਹੋ ਜਾਣੀ। ਲੋਭ ਹੈ ਜਿਹੜਾ ਉਹ ਫਿਰ ਜਿਵੇਂ ਜਿਵੇਂ ਨਾਮ ਵੱਧਦਾ ਜਾਂਦਾ ਹੈ, ਉਵੇਂ ਉਵੇਂ ਲੋਭ ਦੀ ਰੇਸ਼ੋ ਵੱਧਦੀ ਜਾਂਦੀ, ਉਵੇਂ ਉਵੇਂ ਵੱਧਦਾ ਜਾਂਦਾ ਹੈ ਕਿ ਹੁਣ ਇੰਨੇ ਕਮਾਵਾਂਗੇ। ਆਮ ਹੀ ਹੁੰਦਾ ਹੈ ਨਾ ਕਿ ਕੋਈ ਵੀ ਹੈ, ਜਦੋਂ ਕਿਸੇ ਦਾ ਨਾਮ ਬਣ ਜਾਂਦਾ ਨਾ ਸੁਸਾਇਟੀ ਦੇ ਵਿੱਚ, ਉਦੋਂ ਫਿਰ ਉਹਦੇ ਬਣੇ ਹੋਏ ਪਦਾਰਥ ਦੀ ਜਿਹੜੀ ਹੈ ਲਿਮਟ ਹੈ, ਰੇਟ ਹੈ, ਉਹ ਵੱਧ ਜਾਂਦਾ ਦੂਜਿਆਂ ਦੇ ਨਾਲੋਂ, ਕਿ ਜ਼ਿਆਦਾ ਹੋ ਜਾਂਦਾ ਹੈ। ਭਾਵੇਂ ਕੋਈ ਵੀ, ਕੋਈ ਕਿਸੇ ਬ੍ਰਾਂਡ ਦਾ ਨਾ ਹੋਏ, ਕਿਸੇ ਦਾ ਹੋਏ, ਕਿ ਉਹ ਦੂਜਿਆਂ ਦੇ ਨਾਲੋਂ ਫਿਰ ਜ਼ਿਆਦਾ ਹੋ ਜਾਂਦਾ ਹੈ। ਭਾਵੇਂ ਇੱਕ ਵੱਖਰਾ ਵਿਸ਼ਾ ਵੀ ਹੋ ਸਕਦਾ, ਪਰ ਅਸਲ ਦੇ ਵਿੱਚ ਕੀ ਉਹਦੇ ਵਿੱਚ ਲੋਭ ਹੈ ਜਿਹੜਾ ਜ਼ਿਆਦਾ ਹੋ ਜਾਂਦਾ। ਖੈਰ, ਆਪਾਂ ਵਿਸ਼ੇ ਵੱਲ ਮੁੜੀਏ। 5 ਪਦੇ ਆਪਾਂ ਸੰਪੂਰਨ ਕਰਨੇ ਹਨ। ਪਾਤਸ਼ਾਹ ਜੀ ਆਖਣ ਲੱਗੇ ਕਿ ਫਿਰ ਇਹਦੇ ਨਾਲ ਜਦੋਂ ਅੰਨਾ ਹੋ ਜਾਂਦਾ ਹੈ ਮੋਹ ਦੇ ਵਿੱਚ, ਮਾਇਆ ਦੇ ਮੂੰਹ ਵਿੱਚ, ਫਿਰ ਇਹ ਬੜਾ ਜ਼ਿਆਦਾ ਲੋਭੀ ਹੋ ਜਾਂਦਾ ਹੈ। ਇਹ ਹੋਰ ਲੋਚਦਾ ਹੈ ਕਿ ਅੱਜ ਮੈਨੂੰ ਲੱਖ ਮਿਲ ਗਿਆ ਨਾ, ਹੁਣ ਅਗਲੀ ਵਾਰੀ, ਅਗਲੇ ਮਹੀਨੇ ਮੈਂ ਜਿਹੜਾ ਹੈ ਉਹ ਇਸ ਤੋਂ ਜ਼ਿਆਦਾ ਇਕੱਠਾ ਕਰਨਾ ਹੈ, ਜ਼ਿਆਦਾ ਵੱਡੀ ਰੇਸ਼ੋ ਕਰਨੀ ਹੈ,
ਜ਼ਿਆਦੀਆਂ ਜ਼ੀਰੋਆਂ ਜੋੜਨੀਆਂ। ਉਸ ਤੋਂ ਬਾਅਦ ਫਿਰ ਸੋਚਦਾ ਹੈ ਕਿ ਹੁਣ ਮੇਰੀਆਂ ਇੰਨਾ ਕੰਮ ਹੋ ਗਿਆ, ਮੈਂ ਹੁਣ ਹੋਰ ਕਰਾਂ। ਵੱਧ ਤੋਂ ਵੱਧ ਲਾਲਚੀ ਲੋਭੀ ਹੁੰਦਾ ਜਾਂਦਾ ਹੈ ਅਤੇ ਫਿਰ ਇਹਦੇ ਅੰਦਰ ਲੋਭ ਦੀਆਂ ਲਹਿਰਾਂ ਉੱਠਦੀਆਂ ਰਹਿੰਦੀਆਂ ਨੇ। ਮਨੁੱਖ ਫਿਰ ਪੁੱਤਰ ਦੇ ਮੋਹ ਵਿੱਚ, ਕਲੱਤਰ ਇਸਤਰੀ ਦੇ ਮੋਹ ਵਿੱਚ ਅਤੇ ਮਾਇਆ ਦੇ ਮੋਹ ਵਿੱਚ ਹੀ ਹਮੇਸ਼ਾ ਫਸਿਆ ਰਹਿੰਦਾ ਹੈ। ਉੱਥੋਂ ਤੱਕ ਹੀ ਜਿਹੜਾ ਇਹ ਸੀਮਤ ਰਹਿੰਦਾ ਹੈ। ਅੰਤਰ ਲਹਿਰ ਲੋਭਾਨ ਪ੍ਰਾਨੀ, ਸੋ ਪ੍ਰਭ ਚਿਤ ਨ ਆਵੈ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਪੂਰਨ ਰੂਪ ਦੇ ਵਿੱਚ ਪ੍ਰਾਨੀ ਸ਼ਬਦ ਵਰਤਿਆ ਹੈ, ਪਰ ਪਿਛਲੇ ਦੂਜੇ ਪਹਿਰ ਵਾਲੇ ਸ਼ਬਦ ਦੇ ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਨੇ ਪ੍ਰਾਣੀ ਵਰਤਿਆ ਹੈ। ਰਾਰਾ ਪੈਰ ਦੇ ਵਿੱਚ ਹੈ ਔਰ ਪਿੱਛੇ ਨਾਣਾ ਹੈ, ਉੱਥੇ ਕੀ ਹੈ? ਪ੍ਰਾਣੀ। ਇੱਥੇ ਹੈ ਪ੍ਰਾਨੀ, ਨੰਨਾ ਹੈ ਪਿੱਛੇ। ਪ੍ਰਾਣੀ ਅਤੇ ਪ੍ਰਾਨੀ ਫਰਕ ਹੈ। ਪਾਣੀ ਅਤੇ ਪਾਨੀ ਦੋਵਾਂ ਦੇ ਵਿੱਚ ਫਰਕ ਹੈ। ਪਾਤਸ਼ਾਹ ਜੀ ਆਖਣ ਲੱਗੇ ਅੰਤਰ ਲਹਿਰ ਲੋਭਾਨ, ਕਿ ਪ੍ਰਾਣੀ ਦੇ ਅੰਦਰ ਲੋਭ ਦੀਆਂ ਲਹਿਰਾਂ ਉੱਠਦੀਆਂ ਹਨ ਅਤੇ ਲਹਿਰ ਲੁਭਾਨ ਪ੍ਰਾਨੀ, ਸੋ ਪ੍ਰਭ ਚਿਤ ਨ ਆਵੇ, ਅਤੇ ਮਨੁੱਖ ਲੋਭੀ ਹੋਇਆ ਰਹਿੰਦਾ ਹੈ ਤੇ ਉਹ ਪ੍ਰਮਾਤਮਾ ਕਦੇ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ। ਕਿ ਜਿਨਨੇ ਇਹ ਮਨੁੱਖਾ ਦੇਹੀ ਦਿੱਤੀ ਹੈ ਉਹ ਇਹਦੇ ਕਦੇ ਵੀ ਚਿੱਤ ਵਿੱਚ ਨਹੀਂ ਆਉਂਦਾ। ਹਮੇਸ਼ਾ ਹੀ ਇਹ ਲੋਭ ਦੀਆਂ ਲਹਿਰਾਂ ਦੇ ਵਿੱਚ ਜਿਹੜਾ ਹੈ ਉਹ ਰੁੜਦਾ ਜਾਂਦਾ ਹੈ। ਸਾਧ ਸੰਗਤ ਸਿਉ ਸੰਗ ਨ ਕੀਆ, ਬਹੁ ਜੋਨੀ ਦੁਖ ਪਾਵੈ। ਪਾਤਸ਼ਾਹ ਜੀ ਆਖਣ ਲੱਗੇ ਫਿਰ ਜਦੋਂ ਇਹ ਲੋਭ ਦੇ ਵਿੱਚ ਅੰਨਾ ਹੋ ਜਾਂਦਾ ਹੈ, ਮਾਇਆ ਦੇ ਮੋਹ ਵਿੱਚ ਅੰਨਾ ਹੋ ਜਾਂਦਾ ਹੈ ਨਾ, ਮੇਰਾ ਮੇਰਾ ਮੇਰੀ ਮੇਰੀ ਕਰਦਾ ਰਹਿੰਦਾ, ਹੰਕਾਰੀ ਹੋ ਜਾਂਦਾ ਹੈ, ਉਦੋਂ ਫਿਰ ਮਨੁੱਖ ਸਾਧ ਸੰਗਤ ਨਾਲ ਮੇਲ ਮਿਲਾਪ ਨਹੀਂ ਰੱਖਦਾ। ਆਖਦਾ ਕਿ ਮੇਰੇ ਕੋਲ ਸਮਾਂ ਨਹੀਂ ਹੈ, ਨਾ ਹੀ ਉੱਥੇ ਜਾ ਕੇ ਫਿਰ ਉਹ ਗੁਰੂ ਦੀ ਗੱਲ ਸੁਣਨ ਨੂੰ ਤਿਆਰ ਹੁੰਦਾ ਹੈ। ਹਮੇਸ਼ਾ ਆਪਣੇ ਆਪ ਵਿੱਚ ਹੀ ਮਸਤ ਰਹਿੰਦਾ ਹੈ ਅਤੇ ਆਖਰ ਪਾਤਸ਼ਾਹ ਜੀ ਆਖਣ ਬਹੁ ਜੋਨੀ ਦੁੱਖ ਪਾਵੈ। ਆਖਰ ਕਈ ਜੂਨਾਂ ਵਿੱਚ ਫਿਰ ਭਟਕਦਾ, ਦੁੱਖ ਸਹਾਰਦਾ ਹੈ। ਪਤਾ ਨਹੀਂ ਕਿਤਨੀਆਂ ਕੁ ਜੂਨਾਂ ਫਿਰ ਇਹ ਮਾਇਆ ਦੇ ਮੋਹ ਵਿੱਚ ਪੈ ਕੇ ਉਹਨਾਂ ਦਾ ਦੁੱਖ ਸਹਾਰਦਾ ਰਹਿੰਦਾ ਹੈ। ਕਿਉਂਕਿ ਆਮ ਇੱਕ ਰੀਤ ਬਣ ਗਈ ਹੈ ਨਾ ਸੰਸਾਰ ਦੇ ਅੰਦਰ ਕਿ ਜਦੋਂ ਕਿਸੇ ਕੋਲ ਥੋੜ੍ਹੀ ਜਿਹੀ ਆਰਥਿਕ ਅਵਸਥਾ ਉੱਚੀ ਹੋ ਜਾਂਦੀ ਹੈ ਤੇ ਜੇ ਉਹ ਉਸ ਮਾਇਆ ਦੇ ਵਿੱਚ ਫਸ ਜਾਏ, ਉਸੇ ਚੀਜ਼ ਦੇ ਵਿੱਚ ਫਸ ਜਾਏ, ਉਹਦੇ ਕੋਲ ਫਿਰ ਸਤ ਸੰਗਤ ਕਰਨ ਦਾ ਸਮਾਂ ਘਟ ਜਾਂਦਾ ਹੈ। ਬਹੁਤੀ ਵਾਰ ਤਾਂ ਫਿਰ ਉਹ ਇੰਜ ਆਖ ਲਈਏ ਕਿ ਕੀਤਾ ਕਰਾਇਆ ਹੋਇਆ ਭਾਲਦਾ ਹੈ। ਕਿਉਂਕਿ ਸਮਾਜ ਦੇ ਵਿੱਚ ਐਸੇ ਚਲਾਕ ਬੰਦੇ ਵੀ ਮੇਰੇ ਵਰਗੇ ਬੜੇ ਬੈਠੇ ਹੈ ਕਿ ਜਿਹੜੇ ਆਖਦੇ ਕਿ ਇਹ ਮੁਰਗੀ ਚੰਗੀ ਹੈ, ਇਹਨੂੰ ਡੇਰੇ ਦੇ ਵਿੱਚ ਲੈ ਕੇ ਆਓ, ਇਹ ਤੋਂ ਸੇਵਾਵਾਂ ਲਵਾਂਗੇ, ਚਾਰ ਗੱਲਾਂ ਕੀਤੀਆਂ ਜੀ, ਚਲੋ ਤੇ ਹੁਣ ਤੇਰਾ ਕਾਰੋਬਾਰ ਹੋਰ ਵਧਾਤਾ ਜੀ, ਇੱਧਰੋਂ ਹੋਰ ਅਰਦਾਸ ਕਰ ਦਿੱਤੀ ਤੇ ਕੀਤਾ ਕਰਾਇਆ ਕੀ ਹੈ, ਲਿਆਓ ਜੀ ਖੰਡ ਪਾਠ ਕਰਾ ਦਿਓ, ਸੰਪਟ ਇੱਥੇ ਕਰ ਦਿੰਦੇ ਆਪਾਂ, ਇੰਨੀ ਸੇਵਾ ਕਰ ਦਿਓ, ਇਹਦੀ ਲੋੜ ਹੈ। ਮਿੱਠੀਆਂ ਗੋਲੀਆਂ ਦੇ ਕਰਕੇ ਫਿਰ ਕੀ ਹੈ, ਉਹਨੂੰ ਠੱਗਣ ਵਾਲੇ ਵੀ ਬੜੇ ਹੁੰਦੇ ਆ, ਕਿਉਂਕਿ ਸਾਧ ਸੰਗਤ ਦੇ ਵਿੱਚ ਉਹ ਆਉਂਦਾ ਨਹੀਂ। ਫਿਰ ਐਸੇ ਸਮਾਜ ਦੇ ਵਿੱਚ ਜਿਹੜੇ ਲੋਭੀ ਤੇ ਠੱਗ ਬੈਠੇ ਨੇ, ਜਿਨ੍ਹਾਂ ਨੇ ਧਰਮ ਦੇ ਨਾਂ ਤੇ ਜਿਹੜਾ ਹੈ ਵਪਾਰ ਕਰਦੇ ਨੇ, ਧਰਮ ਦੇ ਨਾਮ ਤੇ ਵਪਾਰ ਕਰਦੇ ਨੇ, ਫਿਰ ਕਈ ਵਾਰ ਮਨੁੱਖ ਉਹਨਾਂ ਕੋਲ ਵੀ ਚਲਾ ਜਾਂਦਾ ਹੈ, ਉੱਥੇ ਵੀ ਫਸ ਜਾਂਦਾ ਹੈ। ਕਿਉਂਕਿ ਕੋਈ ਵੀ ਦੁਨੀਆ ਦੇ ਵਿੱਚ ਕੰਮ ਹੋਏ, ਭਾਵੇਂ ਕੋਈ ਗੁਰਮੁਖ ਹੈ ਭਾਵੇਂ ਕੋਈ ਮਨਮੁਖ ਹੈ, ਸਰੀਰਕ ਦੁੱਖ ਆਉਂਦੇ ਆਉਂਦੇ ਨੇ ਅਤੇ ਗੁਰਮੁਖ ਕੋਲ ਅੰਦਰ ਦਾ ਦੁੱਖ ਨਹੀਂ ਆਉਂਦਾ, ਪਰ ਮਨਮੁਖ ਕੋਲੇ ਬਹੁਤ ਆਉਣਗੇ। ਉਹ ਹਮੇਸ਼ਾ ਹੀ ਭਟਕਦਾ ਰਹਿੰਦਾ ਹੈ। ਭਟਕਣਾ ਹੀ ਜੀਵਨ ਦਾ ਸਭ ਤੋਂ ਵੱਡਾ ਦੁੱਖ ਹੈ। ਮਨ ਦਾ ਟਿਕਣਾ, ਅੰਦਰ ਟਿਕਾ ਨਾ ਹੋਣਾ, ਸਭ ਤੋਂ ਵੱਡਾ ਦੁੱਖ ਇਹੋ ਹੀ ਹੈ। ਪਾਤਸ਼ਾਹ ਜੀ ਰਹਿਮਤ ਕਰਨ ਕਿ ਫਿਰ ਇਸ ਤਰ੍ਹਾਂ ਸਾਧ ਸੰਗਤ ਵਿੱਚ ਉਹ ਆਉਂਦਾ ਨਹੀਂ ਹੈ, ਮਿਲ ਨਹੀਂ ਬੈਠਦਾ ਅਤੇ ਬਹੁਤ ਜੂਨੀਆਂ ਦਾ ਫਿਰ ਉਹ ਦੁੱਖ ਸਹਾਰਦਾ ਹੈ। ਸਿਰਜਨਹਾਰ ਵਿਸਾਰਿਆ ਸੁਆਮੀ, ਇਕ ਨਿਮਖ ਨਾ ਲੱਗੋ ਧਿਆਨ। ਕੀ ਅਰਥ ਹੈ ਜੀ ਇਸ ਦਾ? ਸਿਰਜਨਹਾਰ ਵਿਸਾਰਿਆ ਸੁਆਮੀ,
ਸਿਰਜਣਹਾਰ ਮਾਲਕ ਪਰਮੇਸ਼ਰ ਨੂੰ ਮਨੁੱਖ ਫਿਰ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਵਿਸਾਰ ਦਿੰਦਾ ਹੈ, ਭੁਲਾ ਦਿੰਦਾ ਹੈ। ਇੱਕ ਨਿਮਖ ਨਾ ਲੱਗੂ ਧਿਆਨ। ਨਿਮਖ ਤੋਂ ਭਾਵ ਕੀ ਹੈ ਜੀ? ਕਿਹਦੇ ਨਾਲ ਤੁਲਨਾ ਦਿੱਤੀ ਜਾਂਦੀ ਹੈ ਨਿਮਖ ਨੂੰ? ਅੱਖ ਝਮਕਣ ਜਿੰਨੇ ਸਮੇਂ ਨੂੰ, ਕਿ ਆਪਾਂ ਜਿੰਨੇ ਸਮੇਂ ਵਿੱਚ ਨੋਰਮਲੀ ਜੀਵਨ ਜਿਉਂਦੇ ਹੋਏ ਆਪਾਂ ਆਪਣੀਆਂ ਅੱਖਾਂ ਝਮਕ ਕੇ ਖੋਲ੍ਹਦੇ ਹਾਂ, ਇੰਨੇ ਸਮੇਂ ਵਾਸਤੇ ਵੀ ਪਾਤਸ਼ਾਹ ਜੀ ਆਖਣ ਲੱਗੇ ਇੱਕ ਨਿਮਖ ਨਾ ਲੱਗੋ ਧਿਆਨ। ਇੱਕ ਨਿਮਖ ਵਾਸਤੇ ਵੀ ਅੱਖ ਝਮਕਣ ਜਿੰਨੇ ਸਮੇਂ ਵਾਸਤੇ ਵੀ ਪਰਮਾਤਮਾ ਦੇ ਵਿੱਚ ਸੁਰਤ ਨਹੀਂ ਜੋੜਦਾ, ਧਿਆਨ ਨਹੀਂ ਜੋੜਦਾ ਹੈ। ਕਉ ਨਾਨਕ ਪ੍ਰਾਣੀ ਤੀਜੈ ਪਹਿਰੈ, ਬਿਖ ਸੰਚੈ ਅੰਧ ਅਗਿਆਨ। ਹੇ ਨਾਨਕ, ਜ਼ਿੰਦਗੀ ਦੀ ਰਾਤ ਦੇ ਤੀਜੇ ਪਹਿਰ ਅੰਨਾ ਗਿਆਨਹੀਨ ਮਨੁੱਖ ਆਤਮਿਕ ਮੌਤ ਲਿਆਉਣ ਵਾਲਾ ਧਨ ਰੂਪ ਜ਼ਹਿਰ ਹੀ ਇਕੱਠਾ ਕਰਦਾ ਰਹਿੰਦਾ ਹੈ ਅਤੇ ਮਾਲਕ ਦੇ ਵਿੱਚ ਸੁਰਤ ਨਹੀਂ ਜੋੜਦਾ ਹੈ। ਚੌਥੈ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਦਿਨ ਨੇੜੈ ਆਇਆ ਸੋਏ। ਪਾਤਸ਼ਾਹ ਜੀ ਆਖਣ ਲੱਗੇ ਹੁਣ ਪਹਿਰ ਚੌਥਾ ਆ ਜਾਂਦਾ ਹੈ, ਭਾਵ ਅਖੀਰਲਾ ਪਹਿਰ ਆ ਜਾਂਦਾ ਹੈ। ਕਿ ਦਿਨ ਨੇੜੇ ਆਇਆ ਸੋਏ। ਉਹ ਦਿਨ ਨੇੜੇ ਆ ਜਾਂਦਾ ਹੈ ਜਦੋਂ ਮਨੁੱਖ ਨੇ ਇੱਥੋਂ ਕੂਚ ਕਰਨਾ ਹੁੰਦਾ ਹੈ। ਜਿਹੜੀ ਦੇਹੀ ਉਸ ਮਾਲਕ ਨੇ ਦਿੱਤੀ ਹੁੰਦੀ ਹੈ, ਉਹ ਕੀ ਹੈ, ਉਹਨੂੰ ਵਾਪਸ ਕਰਨ ਦਾ ਸਮਾਂ ਆ ਜਾਂਦਾ ਹੈ ਕਿ ਲਓ ਜੀ ਹੁਣ ਇੰਨਾ ਹੀ ਸਮਾਂ ਸੀ। ਕਹਿਣ ਤੋਂ ਭਾਵ ਹੈ, ਇੰਜ ਕਹਿ ਲਈਏ ਕਿ ਮਾਲਕ ਨੇ ਨਾਮ ਜਪਣ ਦੇ ਲਈ ਸਾਨੂੰ ਇਹ ਦੇਹੀ ਕਿਰਾਏ 'ਤੇ ਦਿੱਤੀ ਹੈ ਅਤੇ ਇਹਦਾ ਇੱਕ ਸਮਾਂ ਹੈ ਕਿ ਇੰਨੇ ਕੁ ਸਮੇਂ ਦੇ ਵਿੱਚ ਉਹਨੇ ਵਾਪਸ ਲੈਣੀ ਹੈ। ਆਮ ਹੁੰਦਾ ਹੈ ਨਾ ਕਿ ਸ਼ਹਿਰ ਦੇ ਵਿੱਚ ਆਪਾਂ ਸਾਰੇ ਰਹਿੰਦੇ ਇੱਥੇ, ਔਰ ਇੱਥੇ ਬਹੁਤੀ ਵਾਰ ਰੈਂਟ 'ਤੇ ਜਿਹੜਾ ਹੈ ਉਹ ਕਮਰੇ ਕੋਠੀਆਂ ਦਿੱਤੇ ਜਾਂਦੇ ਹੈ ਅਤੇ ਆਪ ਵੀ ਰਿਹਾ ਜਾਂਦਾ ਹੈ, ਅਤੇ ਉਹ ਮਾਲਕ ਦੀ ਹੁੰਦੀ ਹੈ, ਆਪਣੀ ਕਦੇ ਨਹੀਂ ਹੁੰਦੀ, ਕਿਰਾਏਦਾਰ ਦੀ ਨਹੀਂ ਹੁੰਦੀ। ਉਹ ਮਾਲਕ ਨੂੰ ਫਿਰ ਪੈਸੇ ਦੇ ਰਿਹਾ ਹੁੰਦਾ ਹੈ ਕਿ ਇੰਨਾ ਜਿਹੜਾ ਰੈਂਟ ਹੈ ਪੇ ਕਰਨਾ ਮਹੀਨੇ ਦਾ, ਅਤੇ ਉਸ ਤੋਂ ਬਾਅਦ ਇੱਕ ਸਮਾਂ ਆਉਂਦਾ ਜਦੋਂ ਉਹਨੂੰ ਛੱਡ ਕੇ ਜਾਣਾ ਵੀ ਪੈਂਦਾ ਹੈ। ਇਸੇ ਤਰ੍ਹਾਂ ਹੀ ਹੈ, ਹੁਣ ਅਸੀਂ ਮਾਲਕ ਨੂੰ ਕਈ ਵਾਰ ਰੈਂਟ ਦਿੰਦੇ ਹੀ ਨਹੀਂ। ਉਹਨੇ ਦੇਹੀ ਤਾਂ ਦਿੱਤੀ ਹੋਈ ਹੈ ਅਤੇ ਰੈਂਟ ਦੇਣਾ ਵੀ ਤਾਂ ਬਣਦਾ ਹੈ ਨਾ ਕਿ ਮਾਲਕ ਜੀ, ਪਰ ਅਸੀਂ ਕਬਜ਼ਾ ਕਰ ਲੈਂਦੇ ਹਾਂ ਕਿ ਨਹੀਂ ਰੱਬਾ ਬਸ ਹੁਣ ਦੇ ਤੀ, ਹੁਣ ਇਹ ਸਾਡੀ ਹੈ। ਅਤੇ ਇੱਕ ਦਿਨ ਆ ਜਾਂਦਾ ਹੈ ਫਿਰ ਮਾਲਕ ਜਦੋਂ ਇਹ ਦੇਹੀ ਵਾਪਸ ਲੈ ਲੈਂਦਾ, ਇਹ ਦੇਹੀ ਰੂਪ ਘਰ ਵਾਪਸ ਲੈ ਲੈਂਦਾ। ਇਹੀ ਪਾਤਸ਼ਾਹ ਜੀ ਆਖਦੇ ਹਨ ਕਿ ਚੌਥੇ ਪਹਿਰ ਵਿੱਚ ਫਿਰ ਦਿਨ ਨੇੜੇ ਆਇਆ ਸੋਏ, ਕਿ ਜਦੋਂ ਇੱਥੋਂ ਕੂਚ ਕਰਨਾ ਹੈ ਇਨਸਾਨ ਨੇ, ਮਨੁੱਖ ਨੇ, ਉਹ ਦਿਨ ਨੇੜੇ ਆ ਜਾਂਦਾ ਹੈ। ਗੁਰਮੁਖ ਨਾਮ ਸੰਭਾਲ ਤੂੰ ਵਣਜਾਰਿਆ ਮਿੱਤਰਾ, ਤੇਰਾ ਦਰਗਾ ਬੇਲੀ ਹੋਏ। ਪਾਤਸ਼ਾਹ ਜੀ ਫਿਰ ਸਮਝਾ ਰਹੇ ਨੇ ਮਨੁੱਖ ਨੂੰ, ਸਾਡੇ ਵਰਗੇ ਸਾਰੀਆਂ ਅਗਿਆਨੀਆਂ ਨੂੰ, ਮਾਇਆ ਵਿੱਚ ਅੰਨੇ ਹੋਇਆਂ ਨੂੰ, ਕਿ ਦਿਨ ਨੇੜੇ ਆ ਰਿਹਾ, ਨੇੜੇ ਹੈ ਦਿਨ ਜਦੋਂ ਇੱਥੇ ਚਲੇ ਜਾਣਾ। ਇਸ ਕਰਕੇ ਗੁਰਮੁਖ ਨਾਮ ਸੰਭਾਲ ਤੂੰ, ਹੇ ਵਣਜਾਰੇ ਜੀਵ ਮਿੱਤਰ, ਗੁਰੂ ਦੀ ਸ਼ਰਨ ਪੈ ਕੇ ਮਾਲਕ ਦਾ ਨਾਮ ਹਿਰਦੇ ਵਿੱਚ ਸੰਭਾਲ, ਉਹਦੇ ਨਾਮ ਨੂੰ ਹਿਰਦੇ ਦੇ ਵਿੱਚ ਚੇਤ ਧਿਆ। ਤੇਰਾ ਦਰਗਾਹ ਬੇਲੀ ਹੋਏ, ਅਤੇ ਮਾਲਕ ਦੀ ਦਰਗਾਹ ਵਿੱਚ ਤੇਰਾ ਇਹੀ ਨਾਮ ਹੈ ਜਿਹੜਾ ਗੁਰੂ ਦੇ ਰਾਹੀਂ ਜੋ ਤੂੰ ਪ੍ਰਾਪਤ ਕਰਦਾ ਹੈ, ਇਹ ਬੇਲੀ ਬਣੇਗਾ, ਭਾਵ ਤੇਰਾ ਸਾਥੀ ਬਣੇਗਾ, ਤੇਰਾ ਮਦਦਗਾਰ ਬਣੇਗਾ। ਗੁਰਮੁਖ ਨਾਮ ਸੰਭਾਲ ਪ੍ਰਾਣੀ, ਅੰਤੇ ਹੋਏ ਸਖਾਈ।
ਉਹੀ ਅਰਥ ਨੇ ਜੋ ਪਿਛਲੀ ਪੰਕਤੀ ਵਿੱਚ ਆਪਾਂ ਕੀਤੇ ਨੇ। ਉਹਨਾਂ ਸ਼ਬਦਾਂ ਨੂੰ ਸਤਿਗੁਰੂ ਜੀ ਨੇ ਥੋੜ੍ਹਾ ਜਿਹਾ ਬਦਲ ਕੇ ਵਰਤਿਆ ਹੈ ਕਿ ਗੁਰੂ ਦੀ ਸ਼ਰਨ ਪੈ ਕੇ ਮਾਲਕ ਦੇ ਨਾਮ ਨੂੰ ਸੰਭਾਲ ਹੀ ਪ੍ਰਾਣੀ, ਅੰਤੇ ਹੋਏ ਸਿਖਾਈ, ਅੰਤ ਸਮੇਂ ਤੇਰਾ ਇਹ ਸਾਥੀ ਬਣੇਗਾ। ਏ ਮੋਹ ਮਾਇਆ ਤੇਰਾ ਸੰਗ ਨ ਚਾਲੈ, ਝੂਠੀ ਪ੍ਰੀਤ ਲਗਾਈ। ਆਖਣ ਲੱਗੇ ਇਹ ਮਾਇਆ ਦਾ ਮੋਹ ਤੇਰਾ ਸੰਗ ਨਾ ਚਾਲੇ, ਤੇਰੇ ਨਾਲ ਨਹੀਂ ਚੱਲਣਾ, ਇਹਨੇ ਤੇਰੇ ਨਾਲ ਨਹੀਂ ਨਿਭਣਾ, ਜਿਸ ਦੇ ਵਿੱਚ ਤੂੰ ਫਸਿਆ ਹੋਇਆ। ਝੂਠੀ ਪ੍ਰੀਤ ਲਗਾਈ, ਜਿਸ ਵਿੱਚ ਤੂੰ ਝੂਠੀ ਜਿਹੜੀ ਪ੍ਰੀਤ ਹੈ, ਝੂਠਾ ਜਿਹੜਾ ਪਿਆਰ ਪਾਇਆ ਹੋਇਆ ਹੈ, ਇਹ ਤੇਰੇ ਨਾਲ ਨਹੀਂ ਜਾ ਸਕਦਾ। ਇੱਥੋਂ ਤੱਕ ਕਿ ਤੇਰੀ ਦੇਹੀ ਵੀ ਨਾਲ ਨਹੀਂ ਜਾ ਸਕਦੀ। ਸਗਲੇ ਰੈਣ ਗੁਦਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ। ਹੁਣ ਇੱਥੇ ਸਤਿਗੁਰੂ ਜੀ ਸ਼ਬਦ ਵਰਤਿਆ ਹੈ ਗੁਦਰੀ। ਕੀ ਅਰਥ ਹੈ ਜੀ? ਜਿਵੇਂ ਗੁਰਬਾਣੀ ਦੇ ਵਿੱਚ ਸ਼ਬਦ ਕੀ ਵਰਤੇ ਸਤਿਗੁਰੂ ਜੀ? ਕਾਗਦ, ਦੱਦਾ ਵਰਤਦੇ ਹਨ। ਇੱਥੇ ਵੀ ਦੱਦਾ ਹੈ, ਪਰ ਇਹ ਜਦੋਂ ਪੰਜਾਬੀ ਭਾਸ਼ਾ ਵਿੱਚ ਬੋਲਿਆ ਜਾਏਗਾ, ਇਹਨੂੰ ਜਦੋਂ ਇਹਦਾ ਮੂਲ ਪਾਠ ਕੀਤਾ ਜਾਏਗਾ ਇਸ ਤਰੀਕੇ ਦੇ ਨਾਲ ਪੰਜਾਬੀ ਦੇ ਵਿੱਚ ਕੀ ਬਣ ਜਾਏਗਾ? ਗੁਜਰੀ, ਭਾਵ ਬੀਤ ਗਈ, ਲੰਘ ਗਈ। ਸਗਲੀ ਰੈਣ ਗੁਦਰੀ ਅੰਧਿਆਰੀ, ਕੀ ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਬੀਤਦੀ ਜਾ ਰਹੀ, ਲੰਘਦੀ ਜਾ ਰਹੀ ਹੈ। ਤੂੰ ਗੁਰੂ ਦੇ ਕੋਲੋਂ ਮਾਲਕ ਦਾ ਨਾਮ ਨਹੀਂ ਪ੍ਰਾਪਤ ਕੀਤਾ ਅਤੇ ਸੇਵ ਸਤਿਗੁਰ ਚਾਨਣ ਹੋਏ। ਇਸ ਕਰਕੇ ਗੁਰੂ ਦੀ ਸ਼ਰਨ ਪਾਓ ਤਾਂ ਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਏ, ਤੈਨੂੰ ਸਮਝ ਪੈ ਜਾਏ ਆਪਣੀ ਜੀਵਨ ਦੀ। ਹੁਣ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਇਹੀ ਹਾਲ ਜੁਗਾਂ ਜੁਗੰਤਰਾਂ ਤੋਂ ਚੱਲਦਾ ਆ ਰਿਹਾ ਹੈ। ਇਸ ਕਰਕੇ ਗੁਰੂ ਦੀ ਸ਼ਰਨ ਪੈ ਕੇ ਇਹ ਜੀਵਨ ਪੜ੍ਹ ਲਓ। ਇਹ ਜੀਵਨ ਹੈ ਪੂਰਾ ਸਾਡਾ। ਚਾਰ ਪਹਿਰਾਂ ਦੇ ਵਿੱਚ ਪਾਤਸ਼ਾਹ ਜੀ ਦੱਸ ਰਹੇ, ਵਾਰ-ਵਾਰ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਅੱਜ ਗੁਰੂ ਅਰਜਨ ਸਾਹਿਬ ਜੀ ਦੱਸ ਰਹੇ ਨੇ ਕਿ ਇਸੇ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ। ਇਹ ਸਾਰਿਆਂ ਦੀ ਕਹਾਣੀ ਹੈ। ਇਸ ਲਈ ਗੁਰੂ ਦੀ ਸ਼ਰਨ ਪੈ ਕੇ ਮਾਲਕ ਦੇ ਨਾਮ ਵਿੱਚ ਆਪਣਾ ਚਿੱਤ ਜੋੜਨਾ ਕਰੋ। ਗੁਰੂ ਤੋਂ ਸ਼ਬਦ ਲੈ ਕੇ ਮਾਲਕ ਦੇ ਨਾਮ ਦਾ ਚਾਨਣ ਹੈ ਜਿਹੜਾ ਉਹ ਪ੍ਰਾਪਤ ਕਰਨਾ ਕਰੋ। ਕਉ ਨਾਨਕ ਪ੍ਰਾਣੀ ਚੌਥੇ ਪਹਿਰੈ, ਦਿਨ ਨੇੜੇ ਆਇਆ ਸੋਏ। ਹੇ ਨਾਨਕ, ਹੇ ਪ੍ਰਾਣੀ, ਜ਼ਿੰਦਗੀ ਦੀ ਰਾਤ ਦੇ ਚੌਥੇ ਪਹਿਰ ਉਹ ਦਿਨ ਨੇੜੇ ਆ ਜਾਂਦਾ ਹੈ ਜਦੋਂ ਜੀਵ ਨੇ ਇੱਥੋਂ ਕੂਚ ਕਰਨਾ ਹੁੰਦਾ ਹੈ, ਜਾਣਾ ਹੁੰਦਾ ਹੈ। ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ। ਇੱਥੇ ਹੁਣ ਪਾਤਸ਼ਾਹ ਜੀ ਆਖਦੇ ਨੇ ਕਿ ਭਾਈ ਤੂੰ ਕੀ ਕਰ ਰਿਹਾ ਹੈ, ਇਹ ਦੇਖੋ ਇਹ ਕੁਝ ਵਰਤ ਰਿਹਾ ਹੈ, ਇਸ ਕਰਕੇ ਆ ਕਰ ਕਿ ਹਰ ਨਾਮ ਦਾ ਵਣਜ ਕਰਨ ਆਈ ਜੀਵ ਮਿੱਤਰ। ਜਦੋਂ ਪ੍ਰਮਾਤਮਾ ਵੱਲੋਂ ਮੌਤ ਦਾ ਲਿਖਿਆ ਹੋਇਆ ਪਰਵਾਨਾ ਫਿਰ ਆ ਜਾਂਦਾ ਹੈ ਨਾ, ਲਿਖਿਆ ਆਇਆ ਗੋਬਿੰਦ ਕਾ, ਮਾਲਕ ਵੱਲੋਂ ਫਿਰ ਜਦੋਂ ਪਰਵਾਨਾ ਆ ਜਾਂਦਾ ਹੈ ਅਤੇ ਕੀ ਹੈ ਫਿਰ ਤਦੋਂ ਇੱਥੇ ਕਮਾਏ ਹੋਏ ਚੰਗੇ ਮੰਦੇ ਕਰਮਾਂ ਦੇ ਸੰਸਕਾਰ ਜੀਵਾਤਮਾ ਦੇ ਨਾਲ ਤੁਰ ਪੈਂਦੇ ਨੇ। ਭਾਵ ਕਿ ਫਿਰ ਜਿਹੜੇ ਕਰਮ ਇੱਥੇ ਕਰਦਾ ਹੈ ਉਹ ਲੇਖਾ ਫਿਰ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗਦੇ ਕਿ ਨਾਲ ਲੈ ਕੇ ਫਿਰ ਇਹ ਤੁਰ ਪੈਂਦਾ ਹੈ। ਭਾਵ ਕਿ ਇੱਥੇ ਕਮਾਉਂਦੇ ਹੋਏ ਕਰਮ ਜੋ ਉਹਨੇ ਕੀਤੇ ਨੇ ਉਹਨਾਂ ਦਾ ਲੇਖਾ ਵੀ ਦੇ ਨਾਲ ਹੀ ਚੱਲਦਾ ਹੈ। ਇੱਕ ਰੱਤੀ ਬਿਲਮ ਨਾ ਦੇਵਨੀ ਵਣਜਾਰਿਆ ਮਿੱਤਰਾ, ਉਨੀ ਤਕੜੇ ਪਾਏ ਹਾਥ। ਬਿਲਮ ਤੋਂ ਭਾਵ ਦੇਰੀ ਕਿ ਦੇਰ। ਪਾਤਸ਼ਾਹ ਜੀ ਆਖਣ ਲੱਗੇ ਹੈ ਵਣਜਾਰੀ ਜੀਵ ਮਿੱਤਰ ਕਿ ਜਦੋਂ ਫਿਰ ਉਸ ਮਾਲਕ ਦਾ ਪਰਵਾਨਾ ਆ ਜਾਂਦਾ ਹੈ ਨਾ,
ਤੇ ਉਹ ਫਿਰ ਰੱਤੀ ਭਰ ਵੀ ਜਿਹੜਾ ਹੈ ਉਹ ਇੱਥੇ ਸਮਾਂ ਨਹੀਂ ਲਾਉਣ ਦਿੰਦਾ ਕਿ ਇੱਕ ਰੱਤੀ ਭਰ ਵੀ ਇਜਾਜ਼ਤ ਦੇ ਦਈ ਕਿ ਇੱਕ ਸਵਾਸ ਵੱਧ ਲੈ ਲੈ, ਨਾ ਬਿਲਕੁਲ ਨਹੀਂ। ਕਿ ਫਿਰ ਜਦੋਂ ਉਹ ਮਾਲਕ ਦਾ ਹੁਕਮ ਰੂਪ ਜਮ ਹੈ ਜਿਹੜਾ ਆ ਕੇ ਹੱਥ ਪਾ ਲੈਂਦਾ, ਤਕੜੇ ਪਾਏ ਹੱਥ, ਉਹ ਤਕੜੇ ਹੱਥ ਪਾ ਕੇ ਲੈ ਕੇ ਜਾਂਦੇ ਹੈ ਅਤੇ ਉਹ ਰੱਤਾ ਭਰ ਵੀ ਸਮੇਂ ਦੀ ਢਿੱਲ ਮੱਠ ਦੀ ਫਿਰ ਇਜਾਜ਼ਤ ਨਹੀਂ ਦਿੰਦੇ ਹਨ। ਲਿਖਿਆ ਆਇਆ ਪਕੜ ਚਲਾਇਆ, ਮਨ ਮੁਖ ਸਦਾ ਦੁਹੇਲੇ। ਆਖਣ ਲੱਗੇ ਪਾਤਸ਼ਾਹ ਜੀ, ਲਿਖਿਆ ਆਇਆ ਪਕੜ ਚਲਾਇਆ। ਜਦੋਂ ਮਾਲਕ ਦਾ ਲਿਖਿਆ ਹੋਇਆ ਪਰਵਾਨਾ ਆ ਜਾਂਦਾ ਹੈ ਤੇ ਉਹਦੇ ਹੁਕਮ ਰੂਪ ਜਮ ਜਿਹੜੇ ਹੈ ਉਹ ਜੀਵ ਨੂੰ ਫੜ ਕੇ ਅੱਗੇ ਲਾ ਲੈਂਦੇ ਆ ਅਤੇ ਫਿਰ ਕੀ ਹੈ, ਮਨਮੁਖ ਸਦਾ ਦੁਹੇਲੇ। ਦੁਹੇਲੇ ਤੋਂ ਅਰਥ ਇੱਕ ਸ਼ਬਦ ਹੁੰਦਾ ਹੈ ਸੁਹੇਲੇ ਸੁਖੀ ਤੇ ਦੁਹੇਲੇ ਦੁਖੀ, ਕਿ ਫਿਰ ਜਿਹੜਾ ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ ਫਿਰ ਸਦਾ ਦੁਖੀ ਹੀ ਰਹਿੰਦੇ ਹਨ। ਜਿਨੀ ਪੂਰਾ ਸਤਿਗੁਰ ਸੇਵਿਆ, ਸੇ ਦਰਗਾ ਸਦਾ ਸੁਹੇਲੇ। ਹੁਣ ਇਹਦੇ ਅਰਥ ਕੀ ਹੈ ਜੀ? ਜਿਨੀ ਬਹੁਵਚਨ ਹੈ ਜਾਂ ਇੱਕ ਵਚਨ ਹੈ? ਜਿਨੀ, ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਸੇਵਿਆ ਹੈ, ਧਿਆਇਆ ਹੈ, ਸੇ ਦਰਗਾ ਸਦਾ ਸੁਹੇਲੇ, ਉਹ ਹਮੇਸ਼ਾ ਹੀ ਮਾਲਕ ਦੇ ਦਰ ਤੇ ਸਦਾ ਸੁਖੀ ਰਹਿੰਦੇ ਹਨ। ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੈ ਸੋ ਖਾਤ। ਪਾਤਸ਼ਾਹ ਜੀ ਆਖਣ ਲੱਗੇ, ਹੇ ਵਣਜਾਰੇ ਮਿੱਤਰ, ਮਨੁੱਖਾ ਜੀਵਨ ਵਿੱਚ ਮਨੁੱਖ ਦਾ ਸਰੀਰ ਕਰਮ ਕਮਾਉਣ ਲਈ ਧਰਤੀ ਸਮਾਨ ਹੈ। ਕਰਮ ਧਰਤੀ ਸਰੀਰ ਜੁਗ ਅੰਤਰ, ਕਿ ਇਹ ਸਰੀਰ ਕਰਮ ਕਮਾਉਣ ਵਾਸਤੇ ਬਣੇ ਆ, ਕਿ ਮਾਲਕ ਨੇ ਦਿੱਤਾ ਹੋਇਆ ਹੈ, ਇਹਦੇ ਨਾਲ ਕਰਮ ਕਰਨੇ ਹੈ। ਮਨੁੱਖ ਭਾਵੇਂ ਚੰਗੇ ਕਰ ਲਏ ਜਾਂ ਮਾੜੇ ਕਰ ਲਏ, ਕਰਮ ਹੀ ਕਮਾਉਣੇ ਹੈ ਨਾ। ਆਖਣ ਲੱਗੇ, ਜਿਸ ਵਿੱਚ ਜਿਹੋ ਜਿਹਾ ਕੋਈ ਬੀਜਦਾ ਹੈ ਉਹੋ ਜਿਹਾ ਹੀ ਖਾਂਦਾ ਹੈ, ਜੋ ਬੋਵੈ ਸੋ ਖਾਤ। ਜੈਸਾ ਬੀਜੈ ਸੋ ਲੁਣੈ, ਕਿ ਜਿਹੋ ਜਿਹਾ ਮਨੁੱਖ ਬੋਵੈ ਤੋਂ ਭਾਵ ਬੀਜਦਾ ਹੈ ਉਹੋ ਜਿਹਾ ਹੀ ਖਾਂਦਾ ਹੈ। ਕਉ ਨਾਨਕ ਭਗਤ ਸੋਹੈ ਦਰਬਾਰੇ, ਮਨ ਮੁਖ ਸਦਾ ਪਵਾਤ। ਹੇ ਨਾਨਕ, ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਹਣ ਤੋਂ ਭਾਵ ਸ਼ੋਭਾ ਪਾਉਂਦੇ ਨੇ, ਇੱਜ਼ਤ ਮਾਣ ਪ੍ਰਾਪਤ ਕਰਦੇ ਹਨ। ਮਨਮੁਖ ਸਦਾ ਭਵਾਤ, ਤੇ ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਜਨਮ ਮਰਨ ਦੇ ਗੇੜ ਵਿੱਚ ਭਟਕਣਾ ਵਿੱਚ ਪਏ ਰਹਿੰਦੇ ਹਨ। ਸਤਿਗੁਰੂ ਜੀ ਰਹਿਮਤ ਕਰਨ। ਇੱਥੋਂ ਤੱਕ ਜਿਹੜੀ ਪਹਿਰਿਆਂ ਦੀ ਬਾਣੀ ਦੀ ਸਮਾਪਤੀ ਹੈ। ਪਿਛਲੇ ਅੰਕ ਵੇਖਣੇ ਕਰੀਏ, 2 ਡੰਡੀਆਂ ਅੰਕ 5 ਹੈ। ਕਾਹਦਾ ਹੈ ਜੀ? ਇਸ ਸ਼ਬਦ ਦੇ 5ਵੇਂ ਪਾਤਸ਼ਾਹ ਜੀ ਦੇ ਪਦੇ ਹਨ। ਫਿਰ ਪਿੱਛੇ ਅੰਕ 1 ਹੈ। ਇਹ ਕਾਹਦਾ ਅੰਕ ਹੈ? ਗੁਰੂ ਅਰਜਨ ਸਾਹਿਬ ਜੀ ਦਾ ਇੱਕ ਸ਼ਬਦ ਹੈ। ਫਿਰ 2 ਡੰਡੀਆਂ ਮਗਰ 4 ਹੈ। ਕਾਹਦੇ ਹਨ ਜੀ? ਟੋਟਲ 4 ਹੋ ਗਏ। 2 ਗੁਰੂ ਨਾਨਕ ਸਾਹਿਬ ਜੀ ਦੇ, 1 ਗੁਰੂ ਰਾਮਦਾਸ ਜੀ ਦਾ ਤੇ 1 ਗੁਰੂ ਅਰਜਨ ਸਾਹਿਬ ਜੀ। 4 ਪਹਿਰਿਆਂ ਦੀ ਬਾਣੀ ਦੇ ਸਰਲੇਖ ਹੇਠ ਇਹ 4 ਸ਼ਬਦ ਹੁਣ ਅੱਗੇ ਜਿਹੜੇ ਹਨ ਉਹ ਸ਼ੰਤ ਆਰੰਭ ਹੋ ਰਹੇ ਹਨ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।